ਸਾਧ ਸੰਗਤ ਕੈ ਅੰਚਲ ਲਾਵੋ। ਬਿਖਮ ਨਦੀ ਜਾਏ ਤਰਨੀ। ਪਿੰਗਲ ਪਰਬਤ ਪਾਰ ਪਰੇ। ਖਲ ਚਤਰਬ ਕੀਤਾ। ਪਿੰਗਲ ਪਰਬਤ ਪਾਰ ਪਰੇ। ਖਲ ਚਤਰਬ ਕੀਤਾ। ਅੰਦਲੇ ਤ੍ਰਿਭਵਨ ਸੂਜਿਆ। ਗੁਰ ਭੇਟ ਪੁਨੀਤਾ। ਮਹਿਮਾ ਸਾਧੂ ਸੰਗ ਕੀ। ਮਹਿਮਾ ਸਾਧੂ ਸੰਗ ਕੀ। ਸੁਣੋ ਮੇਰੇ ਮੀਤਾ। ਮੈਲ ਕੋਈ ਕੋਟ ਅਗਹਰੇ। ਨਿਰਮਲ ਭਏ ਚੀਤਾ। ਮਹਿਮਾ ਸਾਧੂ ਸੰਗ ਕੀ। ਸੁਣੋ ਮੇਰੇ ਮੀਤਾ। ਮੈਲ ਕੋਈ ਕੋਟ ਅਗਹਰੇ। ਨਿਰਮਲ ਭਏ ਚੀਤਾ। ਮੈਂ ਮੂਰਖ ਕੀ ਕੇਤਕ ਬਾਤ ਹੈ। ਕੋਟ ਪਰਾਦੀ ਤਰਿਆਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ। ਸੇ ਫਿਰ ਗਰਬਾਸ ਨ ਭਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ। ਸੇ ਫਿਰ ਗਰਬਾਸ ਨ ਭਰਿਆ ਰੇ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਾਕੂੰ। ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਬਰਨ ਨਾ ਸਾਕੂੰ। ਤੂੰ ਠਾਕੁਰ ਊਚ ਭਗਵਾਨਾ। ਜੁਗ ਜੁਗ ਅਟਲ ਸਤਿਗੁਰੂ। ਗੁਰਗੱਦੀ ਤੇ ਸੁਭਾਈਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ। ਗਰੀਬ ਨਵਾਜ ਭਗਤ ਵਚਲ ਪਤਿਤ ਪਾਵਨ ਸਤਿਗੁਰੂ। ਕਰੁਣਾ ਨਿਧਾਨ ਉਪਮਾ ਮਹਾਨ ਸਤਿਗੁਰੂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਮੁਬਾਰਕ ਹਜ਼ੂਰੀ ਵਿਖੇ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਦੀ ਹਾਜ਼ਰੀ ਭਰ ਰਹੀ। ਗੁਰੂ ਰੂਪ ਗੁਰੂ ਕੀ ਸਾਜੀ ਔਰ ਨਿਵਾਜੀ ਸਾਧ ਸੰਗਤ। ਸਤਿਗੁਰੂ ਜੀ ਨੇ ਬੇਅੰਤ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਵਰਤਾਈਆਂ ਹਨ। ਸਾਨੂੰ ਭੁੱਲਿਆਂ ਭਟਕਿਆਂ ਮਾਇਆ ਗ੍ਰਸੇ ਜੀਵਾਂ ਨੂੰ ਆਪਣੀ ਪਾਵਨ ਚਰਨ ਸ਼ਰਨ ਦੀ ਦਾਤ, ਸੰਗਤ ਦੀ ਦਾਤ, ਹਜ਼ੂਰੀ ਦੀ ਦਾਤ ਬਖਸ਼ੀ ਔਰ ਗੁਰੂ ਕੇ ਦਰਬਾਰ ਦਾ ਆਨੰਦ ਮਾਣਦੇ ਹੋਏ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਪਾਵਨ ਬਾਣੀ ਦੇ ਸ਼ਬਦ ਕੀਰਤਨ
ਪਿਆਰ ਸਤਿਕਾਰ ਸਹਿਤ ਆਪ ਜੀ ਨੇ ਸ਼ਰਵਣ ਕੀਤੇ ਹਨ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਕੀਰਤਨ ਤੋਂ ਉਪਰੰਤ ਆਓ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦੀ ਪਾਵਨ ਔਰ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਹੋਏ ਅੰਮ੍ਰਿਤਮਈ ਬਚਨਾਂ ਦੀ ਲੜੀਵਾਰ ਵਿਚਾਰ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰੋ। ਪਿਆਰ ਅਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਸਾਹਿਬ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ। 172 ਸ਼ਲੋਕਾਂ ਤੱਕ ਦੀ ਵਿਚਾਰ ਪਿਛਲੀਆਂ ਦੀਵਾਨਾਂ 'ਚ ਆਪ ਜੀ ਨੇ ਸ਼ਰਵਣ ਕੀਤੀ ਹੈ ਔਰ ਸਤਿਗੁਰੂ ਜੀ ਦੇ ਚਰਨ ਕਮਲਾਂ ਦਾ ਓਟ ਆਸਰਾ ਲੈ ਕੇ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੇ। ਗੁਰੂ ਜਿਵੇਂ ਮੱਤ ਬਖਸ਼ਣ ਉਹਦੇ ਮੁਤਾਬਕ ਅਗਲੇਰੇ ਬਚਨ ਮਿੱਥੇ ਹੋਏ ਸਮੇਂ 'ਚ ਆਪਾਂ ਵਿਚਾਰਾਂਗੇ। 1-2 ਸ਼ਲੋਕ 3 ਸ਼ਲੋਕ 4 ਸ਼ਲੋਕ ਇੱਦਾਂ ਜਿੰਨੀ ਵੀ ਸੇਵਾ ਸਤਿਗੁਰੂ ਆਪ ਸਹਾਈ ਹੋ ਕੇ ਲੈਂਦੇ ਨੇ ਉਸੇ ਤਰ੍ਹਾਂ ਆਪਾਂ ਇਹ ਵਿਚਾਰ ਦੀ ਲੜੀ ਨੂੰ ਰੋਜ਼ਾਨਾ ਅੱਗੇ ਤੋਰਦਿਆਂ ਹੋਇਆਂ ਤੇ ਨਿਰੰਤਰ ਪਾਵਨ ਬਾਣੀ ਦੀ ਵਿਚਾਰ ਦੀ ਸਾਂਝ ਪਾ ਰਹੇ ਹਾਂ। 172 ਨੰਬਰ ਸ਼ਲੋਕ ਦੀ ਵਿਚਾਰ ਕੱਲ ਆਪ ਜੀ ਨੇ ਸ਼ਰਵਣ ਕੀਤੀ ਸੀ। ਕਬੀਰ ਕੋਠੀ ਕਾਠ ਕੀ ਦੈਂ ਦਿਸ਼ ਲਾਗੀ ਆਗ। ਸੰਸਾਰ ਦੀ ਗੱਲ ਜੀਵਨ ਦੀ ਗੱਲ ਉਹਨਾਂ ਨੇ ਕੀਤੀ ਤੇ ਚਾਰੇ ਪਾਸੇ ਲੱਗੀ ਹੋਈ ਮਾਇਆ ਦੀ ਵਿਸ਼ਿਆਂ ਵਿਕਾਰਾਂ ਦੀ ਅੱਗ ਦੀ ਗੱਲ ਕੀਤੀ। ਬੜੀ ਸੂਖਸ਼ਮ ਤੇ ਬਾਰੀਕ ਇਹ ਵਿਚਾਰ ਕਿ ਹਰ ਜਗ੍ਹਾ ਤੇ ਚਤਰਾਈਆਂ ਚਲਾਕੀਆਂ ਤੇ ਸਿਆਣਪਾਂ ਨਹੀਂ ਚੱਲਦੀਆਂ ਨੇ, ਭੋਲੇ ਭਾਵ ਦੀ ਵੀ ਲੋੜ ਹੁੰਦੀ ਹੈ। ਤੇ ਕਹਿੰਦੇ ਫਿਰ ਇਸ ਅੱਗ 'ਚ ਕਈ ਵਾਰ ਪੰਡਤ ਲੋਕ, ਪੰਡਤ ਦਾ ਮਤਲਬ ਜਿਹੜੇ ਆਪਣੇ ਆਪ ਨੂੰ ਬਹੁਤ ਸਿਆਣੇ ਅਖਵਾਉਂਦੇ ਹਨ, ਜਿਨ੍ਹਾਂ ਨੇ ਬਹੁਤ ਪੜ੍ਹਿਆ ਹੈ, ਬੜਾ ਗਿਆਨ ਜਿਨ੍ਹਾਂ ਪੁਰਖਾਂ ਦੇ ਕੋਲ ਹੈ, ਉਹ ਸੜ ਜਾਂਦੇ ਨੇ ਤੇ ਮੂਰਖ ਬਚ ਜਾਂਦੇ ਹਨ। ਤੇ ਕੱਲ ਵੀ ਇਹ ਦ੍ਰਿਸ਼ਟਾਂਤ ਆਪ ਜੀ ਦੇ ਨਾਲ ਸਾਂਝਾ ਕੀਤਾ ਸੀ ਕਿ ਬੰਦਾ ਕ੍ਰੋਧ ਦੀ ਅੱਗ 'ਚ ਲੋਹਾ ਲਾਖਾ ਹੋਇਆ ਆਉਂਦਾ ਹੋਏ ਤੇ ਕੋਈ ਇਹ ਕਵੇ ਕਿ ਮੈਂ ਆਪਣੀ ਵਿਦਵਤਾ ਦੇ ਸਹਾਰੇ ਉਹਨੂੰ ਸ਼ਾਂਤ ਕਰ ਦੇਵਾਂਗਾ। ਠੀਕ ਹੈ, ਭਾਵੇਂ ਕਿਸੇ ਦੇ ਕੋਲ ਇੰਨੀ ਵਿਦਿਆ ਇੰਨਾ ਗਿਆਨ ਹੋਵੇ ਕਿ ਉਹ ਦੂਜੇ ਦੀ ਭੜਕੀ ਹੋਈ ਬਿਰਤੀ ਨੂੰ ਵੀ ਸ਼ਾਂਤ ਕਰ ਸਕਦਾ ਹੋਵੇ, ਪਰ ਆਖਰ ਬਿਰਤੀ ਵੀ ਤੇ ਉੱਥੇ ਸ਼ਾਂਤ ਕੀਤੀ ਜਾ ਸਕਦੀ ਹੈ ਜਿੱਥੇ ਅੱਗੇ ਕੋਈ ਗੱਲ ਸੁਣਨ ਦੇ ਲਈ ਤਿਆਰ ਹੈ। ਤੇ ਅਕਸਰ ਜਦੋਂ ਬੰਦਾ ਕ੍ਰੋਧ ਜਾਂ ਹੰਕਾਰ ਦੇ ਅਤਿਅੰਤ ਪ੍ਰਭਾਵ 'ਚ ਹੋਵੇ ਨਾ, ਵੈਸੇ ਤੇ ਇਕੱਲੇ ਕ੍ਰੋਧ ਹੰਕਾਰ ਦੀ ਗੱਲ ਹੀ ਨਹੀਂ ਜੇ, ਕਾਮ ਦਾ ਵੇਗ ਕਿਸੇ ਦੇ ਸਿਰ ਤੇ ਚੜ੍ਹ ਬੋਲ ਰਿਹਾ ਹੋਵੇ ਤੇ ਉੱਥੇ ਵੀ ਅੱਗੇ ਗਿਆਨ ਵਿਖਿਆਨ ਕੰਮ ਨਹੀਂ ਕਰਦੇ ਹਨ। ਮੋਹ ਦਾ ਲੋਭ ਦਾ ਵੇਗ ਕਿਸੇ ਦੇ ਸਿਰ ਤੇ ਹਾਵੀ ਹੋਏ, ਲੋਭੀ ਬੰਦੇ ਨੂੰ, ਬੇਈਮਾਨ, ਹੁਣ ਮਲਕ ਭਾਗੋ ਦੀ ਆਪਾਂ ਗੱਲ ਕਰਦੇ ਇਤਿਹਾਸ 'ਚ, ਗੁਰੂ ਨਾਨਕ ਮਹਾਰਾਜ ਨੇ ਗਿਆਨ ਤਾਂ ਦਿੱਤਾ ਪਰ ਲੋਭ ਇੰਨਾ ਜ਼ਿਆਦਾ ਚੜ੍ਹਿਆ ਸੀ ਉਹਦੇ ਸਿਰ ਤੇ, ਉਹ ਫੇਰ ਨਹੀਂ ਸੁਧਰਿਆ। ਹੁਣ ਕ੍ਰੋਧ 'ਚ ਲੋਹਾ ਲਾਖਾ ਕੋਈ ਆਉਂਦਾ ਪਿਆ ਹੋਵੇ, ਬੇਸ਼ੱਕ ਅੱਗੇ ਕਿਸੇ ਕੋਲ ਬੜਾ ਗਿਆਨ ਹੋਵੇ, ਪਰ ਕ੍ਰੋਧ ਤੇ ਅੱਖਾਂ ਵਾਲਿਆਂ ਨੂੰ ਅੰਨਾ ਤੇ ਕੰਨਾਂ ਵਾਲਿਆਂ ਨੂੰ ਬੋਲਾ ਕਰ ਦਿੰਦਾ ਹੈ। ਕ੍ਰੋਧੀ ਬੰਦਾ ਅੱਗੋਂ ਦੂਜੇ ਦੀ ਗੱਲ ਸੁਣਦਾ ਹੀ ਨਹੀਂ ਹੈ, ਦੂਜੇ ਦੇ ਬੋਲਣ ਤੋਂ ਪਹਿਲਾਂ ਹੀ ਉਹਦੇ ਤੇ ਹਮਲਾ ਕਰ ਦਿੰਦਾ ਹੈ। ਤੇ ਜਦੋਂ ਅੱਗੇ ਵਿਦਵਾਨ ਨੂੰ, ਪੰਡਤ ਨੂੰ ਕ੍ਰੋਧੀ ਨੇ, ਹੰਕਾਰੀ ਨੇ ਬੋਲਣ ਦਾ ਮੌਕਾ ਹੀ ਨਾ ਦਿੱਤਾ, ਉਦੋਂ ਪਹਿਲਾਂ ਹੀ ਉਹਦੇ ਤੇ ਅਟੈਕ ਕਰ ਦਿੱਤਾ, ਹਮਲਾ ਕਰ ਦਿੱਤਾ, ਫਿਰ ਉੱਥੇ ਵਿਦਿਆ ਦਾ ਕੀ, ਵਿਦਿਆ ਨੇ ਕੰਮ ਆਉਣਾ ਹੈ। ਤੇ ਜਿਹੜਾ ਮਨੁੱਖ ਅਗਿਆਨੀ ਹੈ ਜਾਂ ਸਧਾਰਨ ਪੱਧਰ 'ਚ ਜਿਉਣ ਵਾਲਾ, ਉਹਨੂੰ ਤੇ ਪਤਾ ਹੈ ਕਿ ਮੇਰੇ ਕੋਲ ਕੋਈ ਇੱਦਾਂ ਦਾ ਗਿਆਨ ਸ਼ਾਸਤਰ ਨਹੀਂ ਹੈ ਜਿਹਦੇ ਨਾਲ ਮੈਂ ਕ੍ਰੋਧੀ ਦਾ ਮੁਕਾਬਲਾ ਕਰ ਸਕਾਂ। ਉਹ ਤੇ ਵਿਚਾਰਾ ਪਹਿਲਾਂ ਹੀ ਭੱਜਣ ਦੀ ਕਰਦਾ ਤੇ ਲਾਂਭੇ ਹੋ ਜਾਂਦਾ ਹੈ। ਇੱਦਾਂ ਫਿਰ ਕਈ ਵਾਰ
ਉਹ ਜਿਹੜੀ ਕਬੀਰ ਸਾਹਿਬ ਕਹਿੰਦੇ ਅੱਗ ਹੈ ਨਾ, ਉਹ ਗਿਆਨ ਦੇ ਅਭਿਮਾਨੀਆਂ ਨੂੰ ਸਾੜ ਸੁੱਟਦੀ ਹੈ, ਤੇ ਜਿਨ੍ਹਾਂ ਦੇ ਅੰਦਰ ਭੋਲਾ ਭਾਵ ਹੋਵੇ ਉਹ ਫਿਰ ਬਚ ਜਾਂਦੇ ਹਨ। ਇਦੋਂ ਅੱਗੇ 173 ਨੰਬਰ ਸ਼ਲੋਕ ਅੰਦਰ ਅੱਜ ਕਬੀਰ ਸਾਹਿਬ ਜੀ ਕਿਰਪਾ ਕਰਕੇ ਸਾਨੂੰ ਸਮਝਾ ਰਹੇ ਨੇ। ਕਹਿੰਦੇ ਕਬੀਰ ਸੰਸਾ ਦੂਰ ਕਰ ਕਾਗਦ ਦੇ ਬਹਾਏ। ਹੁਣ ਵੈਸੇ ਤੇ ਕਬੀਰ ਸਾਹਿਬ ਜੀ ਦੇ ਬਾਕੀ ਵੀ ਸ਼ਲੋਕ ਜਾਂ ਬਾਣੀ ਪੜ੍ਹੀਏ ਨਾ, ਤੇ ਕਬੀਰ ਸਾਹਿਬ ਜੀ ਦੀ ਵੇਖੋ ਵਿਦਵਤਾ ਹੈ। ਇੱਕ ਵਿਦਵਾਨ ਹੈ ਤੇ ਦੂਜੇ ਵਿਦਵਾਨ ਨੂੰ ਚੈਲੰਜ ਕਰ ਸਕਦਾ ਹੈ। ਬਨਾਰਸ ਅੰਦਰ ਇੰਨੇ ਉੱਚ ਕੋਟੀ ਦੇ ਪੜ੍ਹੇ ਲਿਖੇ ਵਿਦਵਾਨ ਪੰਡਤ ਲੋਕ ਜੇ ਕਬੀਰ ਸਾਹਿਬ ਉਹਨਾਂ ਨੂੰ ਐਨ ਭਰੋਸੇ ਵਾਲੀ ਆਵਾਜ਼ ਦੇ ਨਾਲ ਲਲਕਾਰ ਕੇ ਕੋਈ ਗੱਲ ਕਹਿੰਦੇ ਨੇ, ਇਹਦਾ ਮਤਲਬ ਕਬੀਰ ਸਾਹਿਬ ਦੇ ਗਿਆਨ ਦਾ ਲੈਵਲ ਕਿੰਨਾ ਉੱਚਾ ਹੋਏਗਾ, ਕਿੰਨਾ ਉੱਚਾ ਹੋਏਗਾ। ਹੁਣ ਕਬੀਰ ਸਾਹਿਬ ਅਕਸਰ ਉੱਥੇ ਪੰਡਤਾਂ ਦੇ ਨਾਲ, ਵਿਦਵਾਨਾਂ ਵਿਚਾਰਵਾਨਾਂ ਦੇ ਨਾਲ ਉਹਨਾਂ ਦੀ ਵਿਚਾਰ ਚਰਚਾ ਲਗਾਤਾਰ ਹੁੰਦੀ ਰਹਿੰਦੀ ਸੀ। ਔਰ ਕਬੀਰ ਜੀ ਦੇ ਸ਼ਲੋਕਾਂ ਨੂੰ, ਸ਼ਬਦਾਂ ਨੂੰ ਵੀ ਪੜ੍ਹੀਏ ਤੇ ਕਿੰਨੇ ਸ਼ਬਦ ਤੇ ਸ਼ਲੋਕ ਐਸੇ ਨੇ ਜਿਹੜੇ ਉਹਨਾਂ ਨੇ ਪੜ੍ਹਿਆ ਲਿਖਿਆ ਵਿਦਵਾਨਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਤੇ ਉਚਾਰਨ ਕੀਤੇ ਨੇ, ਪੰਡਤਾਂ ਨੂੰ ਸੰਬੋਧਨ ਕਰਦੇ ਹੋਏ ਉਚਾਰਨ ਕੀਤੇ ਨੇ। ਹੁਣ ਕਬੀਰ ਸਾਹਿਬ ਇਸ ਸ਼ਲੋਕ ਅੰਦਰ ਇੱਕ ਪੱਖ ਸਾਡੇ ਸਾਹਮਣੇ ਰੱਖ ਰਹੇ ਨੇ, ਤੇ ਜੇ ਆਪਾਂ ਅੱਜ ਦੇ ਸਮੇਂ ਨੂੰ ਇਸ ਸ਼ਲੋਕ ਨੂੰ ਸਾਹਮਣੇ ਰੱਖ ਕੇ ਵੇਖੀਏ ਨਾ, ਤੇ ਕਈ ਚੀਜ਼ਾਂ ਸਾਡੇ ਸਾਹਮਣੇ ਬੜੀਆਂ ਪ੍ਰਤੱਖ ਹੋਣਗੀਆਂ, ਸਪਸ਼ਟ ਹੋਣਗੀਆਂ। ਕਬੀਰ ਸਾਹਿਬ ਕਹਿੰਦੇ ਕੀ ਹੁੰਦਾ ਹੈ, ਅਕਸਰ ਲੋਕ ਪੜ੍ਹਦੇ ਹਨ ਤੇ ਪੜ੍ਹ ਕੇ ਗਿਆਨ ਹਾਸਲ ਕਰਦੇ ਨੇ। ਇੱਕ ਤੇ ਉਹ ਲੋਕ ਹੁੰਦੇ ਨੇ ਜਿਹੜੇ ਗਿਆਨ ਹਾਸਲ ਕਰਕੇ ਇਹ ਸੋਚਦੇ ਨੇ ਕਿ ਮੈਂ ਆਪਣੇ ਜੀਵਨ ਨੂੰ ਵੀ ਸਵਾਰਨਾ ਹੈ, ਮੈਂ ਦੂਜਿਆਂ ਦੇ ਜੀਵਨ ਅੰਦਰ ਵੀ ਸੁਧਾਰ ਕਰਨਾ ਹੈ। ਉਹ ਆਪਣੇ ਤੋਂ ਸ਼ੁਰੂਆਤ ਕਰਦੇ ਨੇ, ਨਾਲ ਦੀ ਨਾਲ ਜਿੰਨਾ ਅੱਗੇ ਦੂਜਿਆਂ ਨੂੰ ਗਿਆਨ ਦਾ ਲਾਭ ਪ੍ਰਾਪਤ ਹੋਵੇ ਉਹ ਗਿਆਨ ਅੱਗੇ ਤੋਂ ਅੱਗੇ ਵੰਡਦੇ ਵੀ ਜਾਂਦੇ ਹਨ। ਕੁਝ ਲੋਕ ਐਸੇ ਹੁੰਦੇ ਹਨ, ਕਬੀਰ ਸਾਹਿਬ ਜੀ ਕਹਿੰਦੇ, ਜਿਨ੍ਹਾਂ ਦੇ ਕੋਲ ਗਿਆਨ ਹੁੰਦਾ ਹੈ ਤੇ ਗਿਆਨ ਉਹਨਾਂ ਨੂੰ ਸ਼ੰਕਾਵਾਦੀ ਬਣਾ ਦਿੰਦਾ ਹੈ। ਉਹ ਫਿਰ ਆਪ ਵੀ ਸ਼ੰਕੇ 'ਚ ਹੁੰਦੇ ਨੇ ਤੇ ਉਹ ਗੱਲਾਂ ਕਰਦੇ ਨੇ ਤੇ ਸ਼ੰਕੇ ਤੇ ਕਿੰਤੂ ਪਰੰਤੂ ਕਰਦੇ ਸੰਸਿਆਂ ਦੇ ਵਿੱਚ। ਕਿੰਨੇ ਲੋਕ ਅੱਜ ਦੇ ਸਮੇਂ 'ਚ ਅਸੀਂ ਵੇਖੀਏ ਤੇ ਕਿੰਨੀ ਜ਼ਿਆਦਾ ਸ਼ੰਕਾਵਾਦੀ ਬਿਰਤੀ ਹੋ ਚੁੱਕੀ ਹੈ ਅੱਜ ਦੇ ਸਮੇਂ 'ਚ। ਹਰ ਚੀਜ਼ ਤੇ ਸ਼ੰਕਾ, ਹਰ ਚੀਜ਼ ਤੇ ਕਿੰਤੂ ਪਰੰਤੂ। ਤੇ ਫਿਰ ਚਲੋ ਸ਼ੰਕੇ ਕਰਨੇ ਜਾਂ ਕਿਸੇ ਚੀਜ਼ ਤੇ ਤਰਕ ਕਰਨਾ ਇੱਕ ਵੱਖਰੀ ਗੱਲ ਹੈ, ਪਰ ਆਪਣੀ ਗੱਲ ਤੇ ਅੜੇ ਰਹਿਣਾ, ਦੂਜਾ ਜਿੰਨੀ ਮਰਜ਼ੀ ਉੱਤਮ ਤੋਂ ਉੱਤਮ ਵਿਚਾਰ ਕਵੇ ਫਿਰ ਵੀ ਨਾ ਮੰਨਣਾ, ਤੇ ਗਿਆਨ ਚਰਚਾ ਨੂੰ ਇੱਕ ਝਗੜੇ ਤੱਕ ਲੈ ਕੇ ਜਾਣਾ, ਮਾੜੀ ਸ਼ਬਦਾਵਲੀ ਤੱਕ ਲੈ ਕੇ ਜਾਣਾ ਅਸੀਂ ਅਕਸਰ ਵੇਖਦੇ ਹਾਂ ਜੋ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਹੋ ਰਿਹਾ ਹੈ। ਕਿਵੇਂ ਲੋਕ ਗਿਆਨ ਚਰਚਾ ਨੂੰ ਕਿਹੜੀ ਜਗ੍ਹਾ ਤੇ ਕਿਹੜੇ ਪੱਧਰ ਤੇ ਉਹ ਲਿਜਾ ਚੁੱਕੇ ਹਨ ਕਿ ਜਿੱਥੇ ਗਿਆਨ ਦੀ ਚਰਚਾ ਘੱਟ ਤੇ ਗਾਲੀ ਗਲੋਚ ਬਹੁਤਾ ਹੁੰਦਾ ਹੈ। ਇੱਕ ਦੂਜੇ ਨੂੰ ਨਿੰਦਣ, ਭਟਕਣ, ਮਾੜਾ ਕਹਿਣ ਤੇ ਸਾਰਿਆਂ ਦਾ ਜ਼ੋਰ ਲੱਗਿਆ ਹੋਇਆ ਹੈ। ਔਰ ਸ਼ੰਕੇ ਹੀ ਸ਼ੰਕੇ ਪੈਦਾ ਕਰੀ ਜਾਓ, ਹਰ ਚੀਜ਼ ਦੇ ਬਾਰੇ ਸ਼ੰਕਾ, ਹਰ ਚੀਜ਼ ਬਾਰੇ ਕਿੰਤੂ ਪਰੰਤੂ। ਇੱਦਾਂ ਫਿਰ ਜਿਹੜੇ ਮਨੁੱਖ ਦੇ ਮਨ ਅੰਦਰ ਬਹੁਤੇ ਸ਼ੰਕੇ ਤੇ ਸਵਾਲ ਹੋਣ ਨਾ, ਉਹ ਬੰਦਾ ਆਪ ਵੀ ਬੇਚੈਨ ਰਹਿੰਦਾ ਹੈ ਤੇ ਉਹ ਦੂਜਿਆਂ ਨੂੰ ਵੀ ਬੇਚੈਨ ਕਰਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਤੇ ਇੱਥੋਂ ਤੱਕ ਕਹਿੰਦੇ, ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੇ ਸਹਿਸਾ ਨਾ ਜਾਏ। ਸਹਿਸੇ ਦਾ ਮਤਲਬ ਹੈ ਅੰਦਰ ਦਾ ਤੌਖਲਾ, ਅੰਦਰ ਦੇ ਚਿੰਤਾ, ਝੋਰੇ, ਫਿਕਰ। ਕਹਿੰਦੇ ਕਰਮ ਕਾਂਡਾਂ ਦੇ ਨਾਲ ਜੀਵਨ 'ਚ ਸਹਿਜ ਨਹੀਂ ਬਣ ਸਕਦਾ, ਔਰ ਸਹਿਜ ਤੋਂ ਬਿਨਾ ਜੀਵਨ ਦੇ ਸ਼ੰਕੇ ਕਿੰਤੂ ਪਰੰਤੂ ਇਹ ਮਨ ਦੀ ਜਿਹੜੀ ਭਟਕਣਾ ਹੈ ਇਹ ਮੁੱਕ ਨਹੀਂ ਸਕਦੀ ਹੈ। ਔਰ ਸਹਿਸੈ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ। ਜੇ ਅੰਦਰ ਸ਼ੰਕਾਵਾਦੀ ਹੋਵੇਗਾ, ਬਹੁਤੇ ਸ਼ੰਕੇ ਹੋਣਗੇ। ਇੱਕ ਹੁੰਦੀ ਹੈ ਗਿਆਨ ਚਰਚਾ, ਇੱਕ ਹੈ ਤਰਕ ਚਰਚਾ। ਬਸ ਤਰਕ ਹੀ ਕਰੀ ਜਾਓ, ਹਰ ਚੀਜ਼ ਤੇ ਗੱਲ ਕਿਸੇ ਜਗ੍ਹਾ ਤੇ ਮੁਕਾਉਣੀ ਨਹੀਂ ਹੈ, ਬਸ ਵਧਾਉਣੀ ਹੈ। ਤੇ ਉਹ ਜਿਵੇਂ ਸਾਡੇ ਪੰਜਾਬੀ ਪੇਂਡੂ ਸੱਭਿਆਚਾਰ 'ਚ ਕਹਿੰਦੇ ਨੇ ਕਿ ਲੜਾਈ ਤੇ ਲੱਸੀ ਨੂੰ ਜਿੰਨਾ ਮਰਜ਼ੀ ਵਧਾਈ ਜਾਓ ਉਹ ਵਧੀ ਜਾਂਦਾ, ਜਿੰਨਾ ਮਰਜ਼ੀ ਲੱਸੀ 'ਚ ਪਾਣੀ ਪਾਈ ਜਾਓ ਉਹਨੇ ਵਧੀ ਜਾਣਾ ਹੈ।
ਤੇ ਲੜਾਈ 'ਚ ਵੀ ਇੱਦਾਂ ਹੀ ਗੱਲਾਂ ਵਧੀ ਜਾਓ, ਵਧਾਈ ਜਾਓ ਜਿੰਨੀਆਂ ਮਰਜ਼ੀ, ਉਹਦਾ ਕੀ ਹੈ। ਤੇ ਸ਼ੰਕਿਆਂ ਦੇ ਵਿੱਚ ਵੀ ਇੱਦਾਂ ਹੀ ਹੈ, ਜਿੰਨੇ ਮਰਜ਼ੀ ਸ਼ੰਕੇ ਅੱਗੇ ਤੋਂ ਅੱਗੇ ਵਧਾਈ ਜਾਓ। ਤੇ ਮਹਾਰਾਜ ਕਹਿੰਦੇ ਜੇ ਬਿਰਤੀ ਸੰਸਾਵਾਦੀ ਹੋਏਗੀ ਫਿਰ ਮਨ ਮਲੀਨ ਹੋਏਗਾ। ਮਲੀਨ ਬਿਰਤੀ ਗੱਲ ਨੂੰ ਕਿਸੇ ਸਿਰੇ ਨਹੀਂ ਲੱਗਣ ਦਿੰਦੀ ਹੈ। ਜਿਵੇਂ ਰਾਜਨੀਤਿਕ ਲੋਕ ਹਨ, ਉਹ ਚਾਹੁੰਦੇ ਹਨ ਕਿ ਮੁੱਦੇ ਬਣੇ ਰਹਿਣ, ਚੀਜ਼ਾਂ ਹੱਲ ਨਾ ਹੋਣ, ਕਿਉਂਕਿ ਉਹ ਮੁੱਦਿਆਂ ਦੇ ਆਧਾਰ ਤੇ ਉਹਨਾਂ ਨੇ ਸਾਰੀ ਰਾਜਨੀਤੀ ਕਰਨੀ ਹੈ, ਮਸਲਿਆਂ ਦੇ ਆਧਾਰ ਤੇ ਜੇ ਮਸਲੇ ਹੱਲ ਹੋ ਜਾਣ ਤੇ ਉਹਨਾਂ ਦੀ ਰਾਜਨੀਤੀ ਅੱਗੇ ਕਿੱਦਾਂ ਚੱਲੇ। ਸਮੱਸਿਆਵਾਂ ਹੱਲ ਹੋ ਜਾਣ ਤੇ ਉਹ ਫਿਰ ਕਿਹੜੀ ਗੱਲ ਕਹਿ ਕੇ ਆਉਣਗੇ ਵੋਟਾਂ ਮੰਗਣ ਦੇ ਲਈ ਜਾਂ ਹੋਰ ਦੂਜੀਆਂ ਤੀਜੀਆਂ ਗੱਲਾਂ ਕਰਨ ਦੇ ਲਈ। ਸੋ ਉਹ ਲੋਕ ਮੁੱਦੇ, ਸ਼ੰਕੇ, ਸਮੱਸਿਆਵਾਂ ਕਾਇਮ ਖੜੀਆਂ ਹੀ ਰੱਖਣੀਆਂ ਚਾਹੁੰਦੇ ਹਨ। ਤੇ ਫਿਰ ਇੱਦਾਂ ਦੇ ਲੋਕ ਆਪ ਤਾਂ ਉਹਨਾਂ ਦੇ ਸਵਾਰਥ ਹੁੰਦੇ ਨੇ, ਦੂਜਿਆਂ ਨੂੰ ਐਵੇਂ ਭਟਕਣਾ 'ਚ ਪਾਈ ਰੱਖਦੇ। ਕਬੀਰ ਸਾਹਿਬ ਕਹਿੰਦੇ ਜੇ ਜੀਵਨ 'ਚ ਟਿਕਾ ਚੈਨ ਆਨੰਦ ਪ੍ਰਾਪਤ ਕਰਨਾ ਹੈ ਫਿਰ ਸੰਸਾ ਦੂਰ ਕਰ, ਆਪਣੇ ਜੀਵਨ 'ਚੋਂ ਸੰਸੇ ਖਤਮ ਕਰੋ। ਤੇ ਜਿਹੜੇ ਮਨ ਰੂਪੀ ਕਾਗਜ਼ ਦੇ ਅੰਦਰ ਸ਼ੰਕੇ ਭਰੇ ਨੇ, ਉਹ ਕਹਿੰਦੇ ਕਾਗਜ਼ ਦੇ ਬਹਾਏ ਫਿਰ ਪੰਡਤ ਉਸ ਕਾਗਜ਼ ਨੂੰ ਰੋੜਦੇ, ਜਿਹੜਾ ਕਾਗਜ਼ ਹਰ ਵਕਤ ਸ਼ੰਕੇ ਹੀ ਖੜੇ ਕਰ ਰਿਹਾ ਹੈ। 52 ਅੱਖਰ ਸੋਧ ਕੈ ਹਰ ਚਰਣੀ ਚਿੱਤ ਲਾਏ। ਸੰਸਕ੍ਰਿਤ ਹਿੰਦੀ ਭਾਸ਼ਾ ਦੇ 52 ਅੱਖਰ ਹਨ। ਗੁਰੂ ਗ੍ਰੰਥ ਸਾਹਿਬ ਅੰਦਰ ਵੀ 52 ਅੱਖਰੀ ਬਾਣੀ, ਇੱਕ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ 52 ਅੱਖਰੀ ਬਾਣੀ ਹੈ। ਗੌੜੀ ਰਾਗ ਵਿਖੇ ਜਦੋਂ ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੇ 262 ਅੰਗ ਤੋਂ ਸੁਖਮਨੀ ਸਾਹਿਬ ਬਾਣੀ ਦੀ ਆਰੰਭਤਾ ਹੁੰਦੀ ਹੈ। ਉਸ ਬਾਣੀ ਤੋਂ ਪਹਿਲਾਂ 52 ਅੱਖਰੀ ਬਾਣੀ ਹੈ। 250 ਅੰਗ ਤੋਂ 52 ਅੱਖਰੀ ਬਾਣੀ ਗੁਰੂ ਅਰਜਨ ਸਾਹਿਬ ਜੀ ਦੀ ਉਹਦੀ ਆਰੰਭਤਾ ਹੁੰਦੀ ਹੈ, ਔਰ 262 ਅੰਗ ਤੇ ਉਹ ਬਾਣੀ ਦੀ ਸਮਾਪਤੀ ਹੁੰਦੀ ਹੈ। ਫਿਰ ਅੱਗੇ ਭਗਤ ਕਬੀਰ ਸਾਹਿਬ ਜੀ, ਗੌੜੀ ਸੁਖਮਨੀ, ਗੁਰੂ ਅਰਜਨ ਦੇਵ ਜੀ ਦੀ ਪਾਵਨ ਬਾਣੀ ਸੁਖਮਨੀ ਸਾਹਿਬ ਹੈ। 52 ਅੱਖਰੀ ਗੁਰੂ ਅਰਜਨ ਸਾਹਿਬ ਜੀ ਦੀ ਵੀ ਹੈ। ਇਸੇ ਤਰ੍ਹਾਂ ਕਬੀਰ ਸਾਹਿਬ ਜੀ ਦੀ ਵੀ ਉਚਾਰਨ ਕੀਤੀ ਹੋਈ 52 ਅੱਖਰੀ ਬਾਣੀ ਮੌਜੂਦ ਹੈ। ਇਹ ਗੁਰੂ ਅਰਜਨ ਸਾਹਿਬ ਤੇ ਗੁਰੂ ਅਰਜਨ ਸਾਹਿਬ, ਭਗਤ ਕਬੀਰ ਸਾਹਿਬ 2 ਵਾਰ 52 ਅੱਖਰੀ ਬਾਣੀ ਹੈ। ਇਹਦੇ ਤੋਂ ਬਿਨਾਂ ਹੋਰ ਵੀ ਕਈ ਬਾਣੀਆਂ ਗੁਰੂ ਗ੍ਰੰਥ ਸਾਹਿਬ ਅੰਦਰ ਐਸੀਆਂ ਨੇ ਜਿਹੜੀਆਂ 2-2 ਵਾਰ ਜਾਂ 3-3 ਵਾਰ ਵੀ ਕਈ ਬਾਣੀਆਂ, ਕਈ ਸ਼ਬਦ ਹਨ। ਜਿਵੇਂ 12ਮਾਹਾ ਬਾਣੀ, ਆਪਾਂ ਹਰ ਸੰਗਰਾਂਦ ਤੇ ਉਸ ਸ਼ਬਦਾਂ ਦੀ ਵਿਚਾਰ ਕਰਦੇ ਹਾਂ। ਇਹ 12ਮਾਹਾ ਬਾਣੀ ਵੀ 2 ਵਾਰ ਗੁਰੂ ਗ੍ਰੰਥ ਸਾਹਿਬ ਜੀ 'ਚ ਹੈ। ਇੱਕ ਗੁਰੂ ਨਾਨਕ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ 12ਮਾਹਾ, ਇੱਕ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ 12ਮਾਹਾ। ਇਸੇ ਤਰ੍ਹਾਂ ਪੱਟੀ ਬਾਣੀ, ਉਹ ਵੀ ਅੱਖਰਾਂ ਦੇ ਆਧਾਰ ਤੇ ਬਾਣੀ ਹੈ। ਗੁਰੂ ਨਾਨਕ ਦੇਵ ਜੀ ਦੀ ਵੀ ਉਚਾਰਨ ਕੀਤੀ ਹੈ, ਔਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਵੀ ਉਚਾਰਨ ਕੀਤੀ ਹੋਈ ਬਾਣੀ ਹੈ। ਇਸੇ ਤਰ੍ਹਾਂ ਥਿੱਤੀ ਬਾਣੀ ਹੈ, ਜਿਹਦੇ 'ਚ ਥਿੱਤਾਂ ਦੇ ਆਧਾਰ ਤੇ ਅੱਗੇ ਗੁਰਮਤਿ ਦਾ ਉਪਦੇਸ਼ ਹੈ। ਉਹ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਥਿੱਤੀ ਬਾਣੀ ਵੀ ਮੌਜੂਦ ਹੈ, ਔਰ ਭਗਤ ਕਬੀਰ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਥਿੱਤੀ ਵੀ ਮੌਜੂਦ ਹੈ। ਇਸੇ ਤਰ੍ਹਾਂ 7 ਵਾਰ, ਹਫ਼ਤੇ ਦੇ ਜਿਹੜੇ 7 ਵਾਰ ਹਨ, ਐਤਵਾਰ, ਸੋਮਵਾਰ, ਮੰਗਲਵਾਰ, ਇਹ 7 ਵਾਰ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਅੰਦਰ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਵੀ ਇੱਕ ਜਗ੍ਹਾ ਤੇ ਹੈ। ਇੱਕ ਜਗ੍ਹਾ ਤੇ ਭਗਤ ਕਬੀਰ ਸਾਹਿਬ ਜੀ ਨੇ ਵੀ 7 ਵਾਰ ਬਾਣੀ ਉਚਾਰਨ ਕਰਕੇ ਹਫ਼ਤੇ ਦੇ 7 ਵਾਰਾਂ ਦਾ ਜ਼ਿਕਰ ਕੀਤਾ। ਖੈਰ 52 ਅੱਖਰੀ ਬਾਣੀ 2 ਵਾਰ ਗੁਰੂ ਗ੍ਰੰਥ ਸਾਹਿਬ 'ਚ ਆਉਂਦੀ ਹੈ, ਇੱਕ ਗੁਰੂ ਅਰਜਨ ਸਾਹਿਬ, ਇੱਕ ਕਬੀਰ ਸਾਹਿਬ। ਸੰਸਕ੍ਰਿਤ ਭਾਸ਼ਾ ਦੇ 52 ਅੱਖਰਾਂ ਦੇ ਆਧਾਰ ਤੇ ਉਸ ਬਾਣੀ ਅੰਦਰ ਉਪਦੇਸ਼ ਹੈ, ਕਿਉਂਕਿ ਉਸ ਵਕਤ ਸੰਸਕ੍ਰਿਤ ਭਾਸ਼ਾ ਹੀ ਹਿੰਦੂ ਸਨਾਤਨ ਧਰਮ ਦੀ ਮੁੱਖ ਭਾਸ਼ਾ ਸੀ। ਹਿੰਦੀ ਭਾਸ਼ਾ ਦੇ ਜਿਹੜਾ ਇਜਾਤ ਹੈ ਉਹ ਬਹੁਤ ਬਾਅਦ 'ਚ ਹੋਇਆ ਹੈ, ਬਹੁਤ ਬਾਅਦ 'ਚ। ਅਕਬਰ ਬਾਦਸ਼ਾਹ ਦੇ ਸਮੇਂ ਹਿੰਦੀ ਭਾਸ਼ਾ ਜਿਹੜੀ ਹੈ ਉਹ ਬਣੀ ਹੈ। ਉਦੋਂ ਪਹਿਲਾਂ ਸੰਸਕ੍ਰਿਤ ਭਾਸ਼ਾ ਸੀ। ਹਿੰਦੂ ਪੰਡਤ ਵਿਦਵਾਨ ਸੰਸਕ੍ਰਿਤ ਭਾਸ਼ਾ ਹੀ ਪੜ੍ਹਦੇ ਸਨ ਤੇ ਅੱਗੇ ਸੰਸਕ੍ਰਿਤ ਭਾਸ਼ਾ ਦੇ ਵਿੱਚ ਹੀ ਉਹਨਾਂ ਨੇ ਵਿਖਿਆਨ ਵੀ ਕਰਨੇ। ਕਬੀਰ ਸਾਹਿਬ ਕਹਿਣ ਲੱਗੇ 52 ਅੱਖਰ ਸੋਧ ਕੈ ਹਰ ਚਰਨੀ ਚਿੱਤ ਲਾਏ ਹੈ ਪੰਡਤ। ਜਿਹੜੇ ਸੰਸਕ੍ਰਿਤ ਭਾਸ਼ਾ ਦੇ 52 ਅੱਖਰਾਂ ਨੂੰ ਤੂੰ ਅੱਗੇ ਪੜ੍ਹਦਾ ਤੇ ਉਹਦੇ ਲਿਖੇ ਹੋਏ ਉਸ ਭਾਸ਼ਾ ਦੇ ਗ੍ਰੰਥਾਂ ਦੀ ਵਿਚਾਰ ਕਰਦਾ ਹੈ, ਉਹਨਾਂ ਅੱਖਰਾਂ 'ਚੋਂ ਪਰਮਾਤਮਾ ਦੇ ਨਾਮ ਉਪਦੇਸ਼ ਨੂੰ ਹਾਸਲ ਕਰ, ਗ੍ਰਹਿਣ ਕਰ
ਤੇ ਹਰ ਚਰਣੀ ਚਿੱਤ ਲਾਏ। ਪਰਮਾਤਮਾ ਦੇ ਚਰਨਾਂ 'ਚ ਆਪਣੇ ਚਿੱਤ ਨੂੰ, ਸੁਰਤ ਨੂੰ, ਧਿਆਨ ਨੂੰ ਜੋੜ। ਐਵੇਂ ਅੱਖਰ ਪੜ੍ਹ ਕੇ ਆਪ ਸ਼ੰਕਾਵਾਦੀ ਨਾ ਹੋ ਤੇ ਸ਼ੰਕੇ ਨਾ ਫੈਲਾ। ਅੱਗੇ ਕਬੀਰ ਸਾਹਿਬ ਜੀ 174 ਨੰਬਰ ਸ਼ਲੋਕ ਅੰਦਰ ਸੰਤ ਪੁਰਖ ਦੀ ਗੱਲ ਕਰਦੇ ਨੇ। ਕਬੀਰ ਸੰਤ ਨਾ ਛਾੜੈ ਸੰਤਈ, ਜੋ ਕੋਟਕ ਮਿਲੈ ਅਸੰਤ। ਕਬੀਰ ਸਾਹਿਬ ਕਹਿੰਦੇ ਜਿਹੜਾ ਸੰਤ ਪੁਰਖ ਹੈ, ਧਰਮੀ ਪੁਰਖ ਹੈ, ਜਿਹੜਾ ਵਾਕਿਆ ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਸੰਤ ਅਵਸਥਾ ਤੱਕ ਪਹੁੰਚ ਗਿਆ ਹੈ। ਹੁਣ ਸੰਤ ਕੌਣ ਹੈ? ਗੁਰਬਾਣੀ ਅੰਦਰ ਮਹਾਰਾਜ ਇਹਦੀ ਵਿਆਖਿਆ ਕਰਦਿਆਂ ਸਾਨੂੰ ਸਮਝਾਉਂਦੇ, ਕਹਿੰਦੇ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਸੰਤ ਉਹ ਜਿਹਨੂੰ ਹਰ ਸਾਹ ਦੇ ਨਾਲ ਕਰਤਾ ਪੁਰਖ ਪਰਮਾਤਮਾ ਚੇਤੇ ਹੈ। ਸਾਧ ਨਾਮ ਨਿਰਮਲ ਤਾਂ ਕੇ ਕਰਮ। ਤੇ ਕਬੀਰ ਸਾਹਿਬ ਕਹਿੰਦੇ ਹੁਣ ਜਿਹੜਾ ਇੱਦਾਂ ਦੀ ਸੰਤ ਬਿਰਤੀ ਵਾਲਾ ਹੈ ਨਾ, ਐਨ ਪੁੱਜੀ ਹੋਈ ਬਿਰਤੀ ਵਾਲਾ, ਉਹਦਾ ਅੰਦਰ ਇੰਨਾ ਪਰਪੱਕ ਹੋ ਜਾਂਦਾ ਹੈ, ਉਹ ਇੰਨੀ ਉੱਚੀ ਅਵਸਥਾ 'ਚ ਪਹੁੰਚਦਾ ਹੈ ਕਿ ਉਹ ਅਸੰਤ ਬਿਰਤੀ ਵਾਲਿਆਂ ਨੂੰ ਮਿਲੇ ਤੇ ਫਿਰ ਵੀ ਉਹਦਾ ਅੰਦਰ ਡੋਲਦਾ ਨਹੀਂ ਹੈ। ਵੇਖੋ ਸੰਗਤ ਦਾ ਪ੍ਰਭਾਵ, ਅਸਰ ਮਨੁੱਖੀ ਮਨ ਕਬੂਲਦਾ ਹੈ। ਬਾਣੀ 'ਚ ਇਹਦੀ ਬਹੁਤ ਥਾਵਾਂ 'ਤੇ ਗੱਲ ਵੀ ਕੀਤੀ ਗਈ ਹੈ ਕਿ ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਇਹਦਾ ਇੱਕ ਪੱਖ ਵੇਖੋ, ਗੁਰੂ ਨਾਨਕ ਮਹਾਰਾਜ ਜੀ ਦਾ ਹੀ ਜੀਵਨ ਅਸੀਂ ਵੇਖੀਏ। ਕਬੀਰ ਸਾਹਿਬ ਕਹਿੰਦੇ ਸੰਤ ਨੂੰ ਅਸੰਤ ਮਿਲੇ ਤੇ ਸੰਤ ਆਪਣੀ ਅਸੰਤਤਾਈ ਨਹੀਂ ਛੱਡਦਾ, ਬਲਕਿ ਅਸੰਤ ਨੂੰ ਵੀ ਸੰਤ ਬਣਾ ਦਿੰਦਾ ਹੈ। ਭਾਵ ਧਰਮੀ ਪੁਰਖ ਨੂੰ ਪਾਪੀ ਮਿਲੇ ਤੇ ਧਰਮੀ ਪਾਪੀ ਦੇ ਪਾਪਾਂ ਦਾ ਪ੍ਰਭਾਵ ਨਹੀਂ ਕਬੂਲਦਾ, ਬਲਕਿ ਆਪਣੇ ਧਰਮ ਗੁਣ ਦਾ ਪ੍ਰਭਾਵ ਜ਼ਰੂਰ ਪਾਪੀ ਤੇ ਛੱਡਦਾ ਹੈ। ਜਿਵੇਂ ਗੁਰੂ ਨਾਨਕ ਮਹਾਰਾਜ ਜੀ ਨੂੰ ਹੁਣ ਸੱਜਣ ਠੱਗ ਮਿਲਿਆ, ਐਸਾ ਨਹੀਂ ਕਿ ਸੱਜਣ ਦਾ ਪ੍ਰਭਾਵ ਗੁਰੂ ਨਾਨਕ ਮਹਾਰਾਜ ਤੇ ਪੈ ਗਿਆ ਹੋਵੇ ਤੇ ਸੱਜਣ ਵਾਲੇ ਕੰਮ ਗੁਰੂ ਨਾਨਕ ਮਹਾਰਾਜ ਜੀ ਨੇ ਆਰੰਭ ਕਰ ਦਿੱਤੇ ਹੋ। ਨਹੀਂ, ਗੁਰੂ ਨਾਨਕ ਮਹਾਰਾਜ ਦਾ ਪ੍ਰਭਾਵ ਸੰਤ ਸੱਜਣ ਤੇ ਪਿਆ ਹੈ ਤੇ ਉਹ ਸੱਚਾ ਸੱਜਣ ਬਣ ਗਿਆ। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਲਾਕਾਤ ਕੌਡੇ ਦੇ ਨਾਲ ਹੋਈ, ਭੂਮੀਏ ਚੋਰ ਦੇ ਨਾਲ ਹੋਈ। ਉਹਨਾਂ ਦਾ ਅਸਰ ਪ੍ਰਭਾਵ ਗੁਰੂ ਨਾਨਕ ਜੀ ਤੇ ਨਹੀਂ ਪਿਆ, ਬਲਕਿ ਗੁਰੂ ਨਾਨਕ ਸਾਹਿਬ ਨੇ ਆਪਣਾ ਪ੍ਰਭਾਵ ਉਹਨਾਂ ਤੇ ਪਾਇਆ। ਕਿੰਨੇ ਲੋਕ ਗੁਰੂ ਨਾਨਕ ਮਹਾਰਾਜ ਜੀ ਦੀਆਂ ਸਮੁੱਚੀਆਂ ਉਦਾਸੀਆਂ ਸਮੇਂ ਇੱਦਾਂ ਦੀ ਵਿਗੜੀ ਤਿਗੜੀ ਅਸੰਤ ਪਾਪੀ ਅਵਗਣਿਆਰੀ ਬਿਰਤੀ ਵਾਲੇ ਕਿੰਨੇ ਹਜ਼ਾਰਾਂ ਲੋਕ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਿਲੇ ਹਨ। ਉਹਨਾਂ ਦਾ ਪ੍ਰਭਾਵ ਗੁਰੂ ਨਾਨਕ ਜੀ ਤੇ ਨਹੀਂ ਪਿਆ, ਹਾਂ ਗੁਰੂ ਨਾਨਕ ਦਾ ਪ੍ਰਭਾਵ ਜ਼ਰੂਰ ਉਹਨਾਂ ਤੇ ਪਿਆ। ਕਬੀਰ ਸਾਹਿਬ ਕਹਿੰਦੇ ਜਿਹੜਾ ਸੰਤ ਹੈ ਨਾ, ਧਰਮੀ ਪੁਰਖ ਹੈ, ਉਹ ਇੰਨਾ ਜ਼ਿਆਦਾ ਪਰਪੱਕ ਤੇ ਇੰਨਾ ਜ਼ਿਆਦਾ ਦ੍ਰਿੜ ਹੁੰਦਾ ਹੈ ਕਿ ਕਰੋੜਾਂ ਅਸੰਤ ਪਾਪੀ ਵੀ ਮਿਲਣ ਤੇ ਉਹ ਕਿਸੇ ਤਰ੍ਹਾਂ ਆਪਣਾ ਆਪ ਨੂੰ ਡੋਲਾਉਂਦਾ ਨਹੀਂ ਹੈ ਜਾਂ ਉਹਦਾ ਅੰਦਰ ਡੋਲਦਾ ਨਹੀਂ ਹੈ। ਕਬੀਰ ਜੀ ਨੇ ਇਹਦੀ ਇੱਕ ਉਦਾਹਰਣ ਦਿੱਤੀ, ਕਹਿੰਦੇ ਮਲਿਆਗਰ ਭਯੰਗਮ ਬੇਢਿਓ ਤਾਂ ਸ਼ੀਤਲਤਾ ਨਾ ਤਜੰਤ। ਮਲਿਆਗਰ ਪਰਬਤ ਤੇ ਉੱਗੇ ਹੋਏ ਚੰਦਨ ਦੇ ਦਰਖਤਾਂ ਦੀ ਗੱਲ, ਚੰਦਨ ਦੇ ਬੂਟਿਆਂ ਦੀ ਗੱਲ ਕਬੀਰ ਜੀ ਕਰਦੇ ਨੇ, ਜਿਹੜੇ ਬਹੁਤ ਠੰਡੇ ਹੁੰਦੇ ਨੇ। ਅੱਗੇ ਵੀ ਇਹ ਉਦਾਹਰਣ ਆਪਾਂ ਕਈ ਵਾਰ ਸਾਂਝੀ ਕੀਤੀ ਹੈ ਕਿ ਚੰਦਨ ਦਾ ਦਰਖਤ ਐਨ ਬਰਫ਼ ਵਰਗਾ ਠੰਡਾ ਤੇ ਉੱਥੇ ਬਹੁਤ ਸਾਰੇ ਸੱਪ ਵੀ ਹੁੰਦੇ ਹਨ। ਭਯੰਗਮ ਦਾ ਮਤਲਬ ਹੈ ਸੱਪ, ਤੇ ਸੱਪ ਦੇ ਅੰਦਰ ਹੈ ਜ਼ਹਿਰ ਤੇ ਉਹ ਜ਼ਹਿਰ ਅੰਦਰੋਂ ਉਬਾਲੇ ਮਾਰਦਾ ਹੈ ਤੇ ਸੱਪ ਨੂੰ ਬਹੁਤ ਜ਼ਿਆਦਾ ਜਲਨ ਮਹਿਸੂਸ ਹੁੰਦੀ ਹੈ, ਸਾੜ ਮਹਿਸੂਸ ਹੁੰਦਾ ਹੈ। ਹੁਣ ਉਹ ਉਸ ਸਾੜ ਕਰਕੇ, ਉਸ ਸੇਕ ਜਲਨ ਕਰਕੇ ਬੜਾ ਤੜਫਦਾ ਹੈ ਸੱਪ। ਚੰਦਨ ਦਾ ਦਰਖਤ ਐਨ ਬਰਫ਼ ਵਰਗਾ ਠੰਡਾ ਹੈ ਤੇ ਫਿਰ ਸੱਪ ਕੀ ਕਰਦੇ ਹਨ, ਚੰਦਨ ਦੇ ਦਰਖਤ ਨੂੰ ਲਪੇਟਾ ਮਾਰ ਲੈਂਦੇ ਹਨ ਤੇ ਉਹ ਠੰਡੇ ਚੰਦਨ ਦੇ ਦਰਖਤ ਦੇ ਨਾਲ ਜੁੜਨ ਕਰਕੇ ਸੱਪ ਨੂੰ ਵੀ ਠੰਡ ਪੈਂਦੀ ਹੈ ਤੇ ਜਿਹੜਾ ਉਹਦੇ ਅੰਦਰ ਵਿਸ਼ ਉਬਾਲੇ ਮਾਰ ਰਿਹਾ ਹੁੰਦਾ ਹੈ, ਉਸ ਵਿਸ਼, ਉਸ ਜ਼ਹਿਰ, ਉਸ ਜਲਨ ਤੋਂ ਉਹਨੂੰ ਰਾਹਤ ਪ੍ਰਾਪਤ ਹੁੰਦੀ ਹੈ।
ਇੱਕ ਇੱਕ ਚੰਦਨ ਦੇ ਬੂਟੇ ਦੇ ਕਿੰਨੇ ਕਿੰਨੇ ਸੱਪਾਂ ਨੇ ਲਪੇਟੇ ਮਾਰੇ ਹੁੰਦੇ ਹਨ। ਸਾਰਿਆਂ ਦੇ ਅੰਦਰ ਵਿਸ਼ ਹੈ, ਜ਼ਹਿਰ ਹੈ। ਤੇ ਕਬੀਰ ਸਾਹਿਬ ਕਹਿੰਦੇ ਹੁਣ ਵੇਖੋ, ਇੱਕ ਪਾਸੇ ਸੱਪ ਹੈ ਜਿਹਦੇ ਅੰਦਰ ਜਲਨ ਹੈ, ਇੱਕ ਪਾਸੇ ਚੰਦਨ ਹੈ ਜਿਹਦੇ ਅੰਦਰ ਠੰਡਕ ਹੈ। ਹੁਣ ਚੰਦਨ ਦਾ ਦਰਖਤ ਕਿੰਨੇ ਜਲਨ ਦੇ ਨਾਲ ਭਰੇ ਹੋਏ ਸੱਪ ਉਹਨੂੰ ਲਪੇਟਾ ਮਾਰ ਕੇ ਬੈਠੇ ਹੁੰਦੇ ਹਨ। ਚੰਦਨ ਦਾ ਦਰਖਤ ਸੱਪ ਦੀ ਜਲਨ ਦੇ ਪ੍ਰਭਾਵ ਦੇ ਵਿੱਚ ਆ ਕੇ ਜਲਦਾ ਨਹੀਂ ਹੈ, ਬਲਕਿ ਆਪਣੀ ਠੰਡਕਤਾ ਦਾ ਪ੍ਰਭਾਵ ਸੱਪ ਤੇ ਛੱਡਦਾ ਹੈ ਤੇ ਸੱਪ ਨੂੰ ਵੀ ਠੰਡਾ ਕਰ ਦਿੰਦਾ ਹੈ। ਕਹਿੰਦੇ ਮਲਿਆਗਰ ਭਯੰਗਮ ਬੇਟਿਓ, ਚੰਦਨ ਦਾ ਦਰਖਤ ਸੱਪਾਂ ਦੇ ਵਿੱਚ ਲਪੇਟਿਆ ਪਿਆ ਹੈ, ਫਸਿਆ ਪਿਆ ਹੈ, ਪਰ ਸ਼ੀਤਲਤਾ ਨਾ ਤਜੰਤ, ਉਹ ਆਪਣੇ ਅੰਦਰ ਦੀ ਠੰਡਕ ਨਹੀਂ ਛੱਡਦਾ। ਤੇ ਜਿਵੇਂ ਉਹ ਆਪਣੇ ਅੰਦਰ ਦੀ ਠੰਡਕ ਤੇ ਸ਼ੀਤਲਤਾ ਨਹੀਂ ਤਿਆਗਦਾ, ਬਿਲਕੁਲ ਇਸੇ ਤਰ੍ਹਾਂ ਜਿਹੜਾ ਰੱਬੀ ਸੰਤ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਪਰਮਾਤਮਾ ਦਾ ਭਗਤ ਪਿਆਰਾ ਹੈ, ਉਹ ਭਾਵੇਂ ਕਰੋੜਾਂ ਪਾਪੀਆਂ ਨੂੰ ਮਿਲੇ, ਅਸੰਤਾਂ ਨੂੰ ਮਿਲੇ, ਅਵਗਣਿਆਰਿਆਂ ਨੂੰ ਮਿਲੇ, ਉਹ ਆਪਣੇ ਅੰਦਰ ਦੇ ਗੁਣਾਂ ਨੂੰ, ਚੰਗਿਆਈਆਂ ਨੂੰ, ਭਲੀ ਬਿਰਤੀ ਨੂੰ ਤਿਆਗਦਾ ਨਹੀਂ ਹੈ, ਕਿਉਂਕਿ ਉਹ ਆਪਣੇ ਅੰਦਰ ਨੂੰ ਬਹੁਤ ਜ਼ਿਆਦਾ ਪਰਪੱਕ ਕਰ ਚੁੱਕਿਆ ਹੁੰਦਾ ਹੈ, ਬਹੁਤ ਜ਼ਿਆਦਾ ਦ੍ਰਿੜ ਉਹ ਆਪਣੇ ਆਪ ਨੂੰ ਕਰ ਲੈਂਦਾ ਹੈ। ਅਗਲੇ ਸ਼ਲੋਕ 'ਚ ਕਬੀਰ ਸਾਹਿਬ ਜੀ ਜ਼ਿਕਰ ਕਰਦੇ, ਕਬੀਰ ਮਨ ਸ਼ੀਤਲ ਭਇਆ ਪਾਇਆ ਬ੍ਰਹਮ ਗਿਆਨ। ਹੁਣ ਕਿੱਦਾਂ ਸਾਡਾ ਅੰਦਰ ਸ਼ੀਤਲ ਹੋ ਸਕਦਾ ਹੈ? ਉਹ ਅਵਸਥਾ ਜਿੱਥੇ ਸਾਰੇ ਪਾਸੇ ਸਮਾਜ ਅੰਦਰ ਕ੍ਰੋਧ ਦੀ, ਈਰਖਾ ਦੀ, ਦਵੈਸ਼, ਹੰਕਾਰ ਦੀ ਅੱਗ ਬਲਦੀ ਪਈ ਹੈ। ਇਹਦੇ 'ਚ ਰਹਿ ਕੇ ਵੀ ਅਸੀਂ ਸ਼ਾਂਤ ਜੀਵਨ ਕਿੱਦਾਂ ਬਤੀਤ ਕਰ ਸਕਦੇ ਹਾਂ? ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜੀਵਨ ਵੇਖੋ, ਕਮਾਲ ਦੀ ਖੇਡ ਹੈ ਉਹਨਾਂ ਦੇ ਜੀਵਨ ਦੀ। ਕਿੰਨੀ ਸ਼ਾਂਤ ਬਿਰਤੀ ਹੈ ਉਹਨਾਂ ਦੀ। ਸਾਰਾ ਜੀਵਨ ਉਹਨਾਂ ਦਾ ਦੂਜਿਆਂ ਨੇ ਤਪਾਉਣ ਦਾ ਬਹੁਤ ਯਤਨ ਕੀਤਾ ਗੁਰੂ ਅਰਜਨ ਸਾਹਿਬ ਜੀ, ਪਰ ਗੁਰੂ ਅਰਜਨ ਦੇਵ ਮਹਾਰਾਜ ਸਾਰੀ ਜ਼ਿੰਦਗੀ ਠੰਡੇ ਰਹੇ ਨੇ, ਸ਼ਾਂਤ ਰਹੇ ਹਨ। ਪ੍ਰੀਥੀ ਚੰਦ ਨੇ ਬੜੀ ਕੋਸ਼ਿਸ਼ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤਪਾਉਣ ਦੀ। ਕਦੇ ਸੁਲਹੀ ਖਾਂ ਨੂੰ ਲਿਆਂਦਾ, ਕਦੇ ਸੁਲਭੀ ਖਾਂ ਨੂੰ ਲਿਆਂਦਾ ਕਿ ਗੁਰੂ ਤੇ ਹਮਲਾ ਕਰੋ, ਗੁਰੂ ਅਰਜਨ ਸਾਹਿਬ ਨੂੰ ਖਤਮ ਕਰ ਦਵੋ। ਹੁਣ ਕੁਦਰਤੀ ਗੱਲ ਹੈ, ਸਾਨੂੰ ਪਤਾ ਲੱਗੇ ਕਿ ਕੋਈ ਸਾਨੂੰ ਮਾਰਨ ਦੇ ਲਈ ਆਉਂਦਾ ਪਿਆ ਹੈ ਜਾਂ ਸਾਡੇ ਆਪਣਿਆਂ 'ਚੋਂ ਕੋਈ ਸਾਨੂੰ ਮਾਰਨ ਦੇ ਲਈ ਆਉਂਦਾ ਪਿਆ ਹੈ, ਤੇ ਬੰਦਾ ਕਲਪ ਉੱਠਦਾ ਹੈ, ਤੜਪ ਉੱਠਦਾ ਹੈ, ਵਿਚਲਾ ਉੱਠਦਾ ਹੈ। ਮਾੜੇ ਚੰਗੇ ਬੋਲ ਲੋਕ ਬੋਲਦੇ ਹਨ, ਪਤਾ ਲੱਗੇ ਸਹੀ ਕਿ ਕੋਈ ਮੇਰੇ ਬਾਰੇ ਮਾੜਾ ਕਰਨਾ ਚਾਹੁੰਦਾ ਹੈ ਜਾਂ ਮੇਰੇ ਬਾਰੇ ਮਾੜਾ ਸੋਚ ਵੀ ਰਿਹਾ ਹੈ। ਪਰ ਗੁਰੂ ਅਰਜਨ ਦੇਵ ਮਹਾਰਾਜ ਨੂੰ ਜਦੋਂ ਪਤਾ ਲੱਗਿਆ ਕਿ ਇੱਦਾਂ ਪ੍ਰੀਥੀ ਚੰਦ ਸੁਲਹੀ ਖਾਂ ਨੂੰ ਲਿਆਉਂਦਾ ਪਿਆ ਹੈ, ਗੁਰੂ ਮਹਾਰਾਜ ਨੇ ਕੋਈ ਬੋਲ ਪ੍ਰੀਥੀ ਚੰਦ ਬਾਰੇ ਮਾੜਾ ਨਹੀਂ ਬੋਲਿਆ। ਉਹ ਬੜੇ ਸ਼ਾਂਤ ਚਿੱਤ ਰਹੇ। ਬਾਣੀ 'ਚ ਜ਼ਿਕਰ ਵੀ ਆਉਂਦਾ ਹੈ, ਸਿੱਖ ਜ਼ਰੂਰ ਕੁਝ ਤੱਤੇ ਠੰਡੇ ਹੋ ਗਏ ਕਿ ਹੁਣ ਕੁਝ ਨਾ ਕੁਝ ਕਰਨਾ ਚਾਹੀਦਾ ਹੈ, ਪਰ ਮਹਾਰਾਜ ਕਹਿਣ ਲੱਗੇ ਨਿਰੰਕਾਰ ਤੇ ਭਰੋਸਾ ਰੱਖੋ, ਅਜੇ ਸਮਾਂ ਨਹੀਂ ਹੈ ਕੁਝ ਕਰਨ ਦਾ। ਮਹਾਰਾਜ ਬਾਣੀ 'ਚ ਜ਼ਿਕਰ ਕਰਦੇ ਹਨ ਕਿ ਪ੍ਰਥਮੇ ਮਤਾ ਜੇ ਪਤਰੀ ਚਲਾਉ, ਦੁਤੀਏ ਮਤਾ ਦੋਇ ਮਾਨੁਖ ਪਹੁੰਚਾਉ, ਤ੍ਰਿਤੀਏ ਮਤਾ ਕਿਛ ਕਰੂੰ ਉਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ। ਸਾਰੀ ਜ਼ਿੰਦਗੀ ਯਤਨ ਕਰਦਾ ਰਿਹਾ ਪ੍ਰੀਥੀ ਚੰਦ ਗੁਰੂ ਅਰਜਨ ਸਾਹਿਬ ਨੂੰ ਤਪਾਉਣ ਦਾ, ਮਹਾਰਾਜ ਫਿਰ ਵੀ ਨਹੀਂ ਤਪੇ। ਉਦੋਂ ਬਾਅਦ ਕਈ ਘਟਨਾਵਾਂ ਸਮੇਂ-ਸਮੇਂ ਤੇ ਹੋਰ ਵਰਤਦੀਆਂ ਰਹੀਆਂ। ਜਿਵੇਂ ਪ੍ਰੀਥੀ ਚੰਦ ਗੁਰੂ ਹਰਗੋਬਿੰਦ ਸਾਹਿਬ ਜਦੋਂ ਛੋਟੀ ਉਮਰ ਦੇ ਵਿੱਚ ਸਨ ਤੇ ਉਹਨਾਂ ਨੂੰ ਮਾਰਨ ਦੇ ਲਈ ਚਾਲਾਂ ਚੱਲਦਾ ਰਿਹਾ। ਕਈ ਉਹਨੇ ਦਾ ਪੇਚ ਖੇਡੇ। ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਮਣੇ ਸਾਰੀਆਂ ਗੱਲਾਂ ਸਪਸ਼ਟ ਹੁੰਦੀਆਂ ਰਹੀਆਂ ਕਿ ਇਹ ਜਿੰਨੇ ਮਾਰੂ ਹਮਲੇ ਨੇ ਇਹ ਸਾਰਾ ਕੁਝ ਪ੍ਰੀਥੀ ਚੰਦ ਕਰਾਉਂਦਾ ਪਿਆ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਵੀ ਤੱਤੇ ਨਹੀਂ ਹੋਏ। ਉਹ ਫਿਰ ਵੀ ਹੱਥ ਜੋੜ ਮਾਲਕ ਅੱਗੇ ਇਹੀ ਕਹਿੰਦੇ ਰਹੇ ਕਿ ਮੇਰਾ ਸਤਿਗੁਰ ਰਖਵਾਲਾ ਹੋਵਾ, ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ, ਹਰ ਗੋਬਿੰਦ ਨਮਾ ਨਰੋ। ਅਖੀਰ ਜਦੋਂ ਚੰਦੂ ਵਰਗਿਆਂ ਨੇ ਹੱਦ ਕਰ ਦਿੱਤੀ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਲਾਹੌਰ ਕਿੰਨਾ ਜ਼ੁਲਮ ਵਰਤਾਇਆ ਜ਼ਾਲਮਾਂ ਨੇ। ਤਤੀ ਤਵੀ ਤੇ ਬਿਠਾਇਆ ਗਿਆ, ਉਬਲਦੀ ਦੇਗ 'ਚ ਉਬਾਲਿਆ ਗਿਆ ਔਰ ਸਰੀਰ ਤੇ ਸੜਦੇ ਬਲਦੀ ਹੋਈ ਰੇਤ ਪਾਈ ਗਈ। ਇੱਦਾਂ ਦੀ ਬੰਦ ਜਗ੍ਹਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਰੱਖਿਆ ਗਿਆ
ਜਿੱਥੇ ਉਹ ਜੇਠ ਹਾੜ ਦੇ ਮਹੀਨੇ ਦੇ ਵਿੱਚ ਅੱਤ ਦੀ ਗਰਮੀ ਸੀ। ਉਸ ਗਰਮੀ 'ਚ ਸਾਹ ਲੈਣਾ ਵੀ ਔਖਾ ਸੀ, ਪਰ ਮਹਾਰਾਜ ਉੱਥੇ ਵੀ ਬੜਾ ਸ਼ਾਂਤ ਚਿੱਤ ਰਹੇ। ਔਰ ਉਲਾਹ ਨੂੰ ਮੈਂ ਕਾਹੂ ਨਾ ਦੀਨੋ, ਕਿਸੇ ਨੂੰ ਕਿਸੇ ਤਰ੍ਹਾਂ ਦਾ ਉਹਨਾਂ ਨੇ ਉਲਾਮਾ ਨਹੀਂ ਦਿੱਤਾ। ਸਾਈਂ ਮੀਆਂ ਮੀਰ ਉੱਥੇ ਹਜੂਰ ਸੱਚੇ ਪਾਤਸ਼ਾਹ ਜੀ ਦੇ ਪਾਸ ਜਦੋਂ ਪਹੁੰਚੇ ਤੇ ਕੁਰਲਾ ਉੱਠੇ ਸਾਈਂ ਮੀਆਂ ਮੀਰ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਰੀਰ ਛਾਲੇ ਛਾਲੇ ਹੋਇਆ ਸੀ। ਔਰ ਵੇਖੋ, ਆਪਾਂ ਅਕਸਰ ਵੇਖਦੇ ਵੀ ਹਾਂ ਘਰਾਂ ਪਰਿਵਾਰਾਂ 'ਚ ਕਈ ਵਾਰ ਹੁੰਦਾ ਵੀ ਆ ਕਿ ਕੋਈ ਗਰਮ ਪਾਣੀ ਜਾਂ ਚਾਹ ਕਿਸੇ ਦੇ ਸਰੀਰ 'ਤੇ, ਕਿਸੇ ਹੱਥ 'ਤੇ, ਕਿਸੇ ਹੋਰ ਜਗ੍ਹਾ 'ਤੇ ਪੈ ਗਈ, ਕਿਵੇਂ ਜਗ੍ਹਾ ਐਨ ਛਾਲਿਆਂ ਦੇ ਨਾਲ ਭਰ ਜਾਂਦੀ ਹੈ, ਛਾਲੇ ਹੀ ਛਾਲੇ ਹੋ ਜਾਂਦੇ ਹਨ। ਤੇ ਉਹ ਚੀਜ਼ ਨੂੰ ਆਪਣੇ ਆਪ 'ਤੇ ਬਰਦਾਸ਼ਤ ਕਰਨਾ ਤੇ ਇੱਕ ਵੱਖਰੀ ਗੱਲ ਹੈ। ਹੁਣ ਜਿਹਦੇ ਨਾਲ ਉਹ ਭਾਣਾ ਵਰਤਦਾ ਉਹ ਬਰਦਾਸ਼ਤ ਕਰ ਰਿਹਾ ਹੈ, ਪਰ ਕਈ ਵਾਰ ਉਹ ਹਾਲਤ ਐਸੀ ਹੁੰਦੀ ਹੈ ਕਿ ਵੇਖਿਆ ਵੀ ਨਹੀਂ ਜਾਂਦਾ ਹੈ ਸਰੀਰ। ਜਦੋਂ ਕੋਈ ਤੱਤੀ ਚੀਜ਼, ਗਰਮ ਪਾਣੀ, ਚਾਹ, ਕੁਝ ਹੋਰ ਇੱਦਾਂ ਪੈ ਗਿਆ, ਸਰੀਰ ਸੜ ਗਿਆ, ਛਾਲੇ ਹੋ ਗਏ। ਜਦੋਂ ਸਾਈਂ ਮੀਆਂ ਮੀਰ ਗੁਰੂ ਮਹਾਰਾਜ ਜੀ ਦੇ ਕੋਲ ਆਏ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰੀਰ ਛਾਲਿਆਂ ਦੇ ਨਾਲ ਭਰਿਆ ਪਿਆ, ਇੱਦਾਂ ਕਿ ਮਾਨੋ ਹੱਡੀਆਂ ਹੁਣ ਮਾਸ ਛੱਡ ਰਹੀਆਂ ਹਨ, ਐਸੀ ਹਾਲਤ ਬਣ ਚੁੱਕੀ ਸੀ। ਤੇ ਉਹ ਕੇਵਲ ਇਸ ਸਰੀਰ ਦੇ ਇੱਕ ਅੱਧ ਅੰਗ ਦੀ ਗੱਲ ਨਹੀਂ, ਸਾਰੇ ਦੇ ਸਾਰੇ ਸਰੀਰ ਦੀ ਇੱਦਾਂ ਦੀ ਹਾਲਤ ਸੀ, ਕਿਉਂਕਿ ਉਬਲਦੀ ਹੋਈ ਦੇਗ ਦੇ ਵਿੱਚ ਉਬਾਲਿਆ ਗਿਆ ਸੀ। ਸਾਈਂ ਮੀਆਂ ਮੀਰ ਦੀਆਂ ਧਾਹਾਂ ਨਿਕਲ ਆਈਆਂ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਹਨਾਂ ਨੇ ਵਡਿਆਈ ਵੇਖੀ ਸੀ। ਅੰਮ੍ਰਿਤਸਰ ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾਖੀ ਵੈ ਚੰਦੋਆ, ਤੇ ਅੱਜ ਸਾਈਂ ਜੀ ਕੁਰਲਾ ਉੱਠੇ, ਮਹਾਰਾਜ ਆਗਿਆ ਦਵੋ, ਮੈਂ ਇਹਨਾਂ ਨੂੰ ਤੈਸ ਨੈਸ ਕਰਦਾ ਹਾਂ, ਮੈਂ ਲਾਹੌਰ ਦਿੱਲੀ ਦੀ ਇੱਟ ਦੇ ਨਾਲ ਇੱਟ ਖੜਕਾਉਂਦਾ ਹਾਂ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਸਾਈਂ ਜੀ ਤੱਤੇ ਹੋਣ ਦੀ ਲੋੜ ਨਹੀਂ ਹੈ, ਸ਼ਾਂਤ ਰਹੋ। ਉਹ ਕਿਸੇ ਵਿਦਵਾਨ ਨੇ ਬੜੀਆਂ ਪਿਆਰੀਆਂ ਅੰਦਰ ਨੂੰ ਛੂਹਣ ਵਾਲੀਆਂ ਸਤਰਾਂ ਲਿਖੀਆਂ ਨੇ ਕਿ ਚਾਰੇ ਪਾਸੇ ਅੱਗ ਬਰਸੇ, ਸੇਕ ਸੀ ਤਨ ਸਾੜਦਾ। ਜਿਸ ਜਗ੍ਹਾ ਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਲਾਹੌਰ ਕੈਦ ਕਰਕੇ ਰੱਖਿਆ ਗਿਆ, ਕੀ ਸੀ ਉੱਥੇ? ਸਾਰੇ ਪਾਸੇ ਅੱਗ ਹੀ ਅੱਗ ਬਰਸਦੀ ਪਈ ਸੀ। ਤੇ ਉਹ ਜਗ੍ਹਾ ਐਸੀ ਜਿੱਥੇ ਤੱਤੀ ਤਵੀ ਤੇ ਬਹਿਣਾ ਤੇ ਬੜੀ ਵੱਖਰੀ ਗੱਲ, ਉਸ ਜਗ੍ਹਾ ਤੇ ਖਲੋਣਾ ਵੀ ਬੜਾ ਔਖਾ ਸੀ, ਖਲੋਣਾ ਵੀ ਬੜਾ ਔਖਾ ਸੀ। ਚਾਰੇ ਪਾਸੇ ਅੱਗ ਬਰਸੇ, ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ। ਸਾਈਂ ਮੀਆਂ ਮੀਰ ਡਿੱਠਾ ਹਾਲ ਯਦ ਆ ਯਾਰ ਦਾ, ਉਹ ਹੋ ਵਿਆਕੁਲ ਰੋਪਿਆ ਚੀਕਾਂ ਤੇ ਤਾਹਾਂ ਮਾਰਦਾ। ਸਾਈਂ ਦੀਆਂ ਤੇ ਚੀਕਾਂ ਨਿਕਲ ਗਈਆਂ, ਤਾਹਾਂ ਨਿਕਲ ਗਈਆਂ। ਉਹ ਹੋ ਵਿਆਕੁਲ ਰੋਪਿਆ ਚੀਕਾਂ ਤੇ ਤਾਹਾਂ ਮਾਰਦਾ। ਤਦ ਹੱਸ ਬੋਲੇ ਸਤਿਗੁਰੂ ਮੀਆਂ, ਛੋਡੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਤਪ ਰਹਾ, ਹਮ ਸ਼ਾਂਤ ਹੈ ਹਰ ਨਾਮ ਸੇ। ਇਹ ਹੈ ਗੁਰੂ ਅਰਜਨ ਸਾਹਿਬ। ਐਸੇ ਗੁਰੂ ਦੀ ਕਮਾਈ ਦਾ ਧਿਆਨ ਅਸੀਂ ਧਰਨਾ ਹੈ ਜਦੋਂ ਅਰਦਾਸ ਕਰਦੇ ਹਾਂ। ਤੇ ਉਹ ਕਮਾਈ ਦਾ ਧਿਆਨ ਧਰਨ ਦਾ ਭਾਵ ਹੈ ਅਸੀਂ ਆਪਣੇ ਆਪ ਨੂੰ, ਆਪਣੇ ਜਿਗਰੇ ਨੂੰ, ਅੰਦਰ ਨੂੰ ਉਸ ਤਰ੍ਹਾਂ ਦਾ ਬਣਾਉਣਾ ਹੈ ਜਿੱਦਾਂ ਦਾ ਗੁਰੂ ਅਰਜਨ ਸਾਹਿਬ ਦਾ ਅੰਦਰ ਸੀ। ਇਹ ਹੈ ਕਮਾਈ ਦਾ ਧਿਆਨ ਧਰਨ ਦਾ ਭਾਵ। ਮਹਾਰਾਜ ਕਹਿਣ ਲੱਗੇ, ਮੀਆਂ ਸਾਈਂ ਮੀਆਂ ਮੀਰ ਜੀ, ਤੁਸੀਂ ਸਾਡਾ ਸਰੀਰ ਵੇਖਿਆ ਛਾਲਿਆਂ ਦੇ ਨਾਲ ਭਰਿਆ। ਮੀਆਂ ਛੋਡੋ ਪ੍ਰੀਤੀ ਚਾਮ ਸੇ, ਇਹ ਚਮੜੀ ਦੀ, ਇਹ ਸਰੀਰ ਦੀ ਪ੍ਰੀਤੀ ਛੱਡੋ, ਅੰਦਰ ਨੂੰ ਵੇਖੋ। ਮੀਆਂ ਛੋਡੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਤਪ ਰਹਾ, ਹਮ ਸ਼ਾਂਤ ਹੈ ਹਰ ਨਾਮ ਸੇ। ਕਹਿੰਦੇ ਕੀ ਹੋਇਆ? ਸਾਡਾ ਸਰੀਰ ਤਪ ਰਿਹਾ ਹੈ, ਸਾਡਾ ਅੰਦਰ ਤੇ ਅਜੇ ਵੀ ਵਾਹਿਗੁਰੂ ਦੀ ਇਬਾਦਤ 'ਚ ਜੁੜ ਕੇ ਐਨ ਸ਼ਾਂਤ ਤੇ ਠੰਡਾ ਠਾਰ ਹੈ। ਕੱਲ ਤਾਤੀ ਠਾਂਡਾ ਹਰ ਨਾਮ, ਜਿਹਨੂੰ ਹਜੂਰ ਬਾਣੀ 'ਚ ਕਹਿੰਦੇ ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਘਾਮ, ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਕਬੀਰ ਸਾਹਿਬ ਕਹਿੰਦੇ ਮਨ ਸ਼ੀਤਲ ਭਇਆ, ਪਾਇਆ ਬ੍ਰਹਮ ਗਿਆਨ। ਜਿਨ੍ਹਾਂ ਨੇ ਉਹ ਬ੍ਰਹਮ ਅਕਾਲ ਪੁਰਖ ਦੇ ਘਰ ਦੇ ਗਿਆਨ ਨੂੰ, ਨਾਮ ਨੂੰ ਪ੍ਰਾਪਤ ਕਰ ਲਿਆ, ਉਹਨਾਂ ਦਾ ਮਨ, ਉਹਨਾਂ ਦਾ ਅੰਦਰ ਐਨ ਸ਼ੀਤਲ ਹੁੰਦਾ ਹੈ। ਜਿਨ ਜਵਾਲਾ ਜਗ ਜਾਰਿਆ, ਸੋ ਜਨ ਕੇ ਉਦਕ ਸਮਾਨ। ਕਹਿੰਦੇ ਅੱਗ, ਜਵਾਲਾ ਦਾ ਮਤਲਬ ਹੈ ਅੱਗ, ਜਿਹੜੀ ਅੱਗ ਸਭ ਨੂੰ ਸਾੜਦੀ ਹੈ ਨਾ। ਰੱਬੀ ਪਿਆਰੇ ਤੇ ਉਸ ਅੱਗ ਨੂੰ ਵੀ ਪਾਣੀ ਦੀ ਤਰ੍ਹਾਂ ਹੀ ਸਮਝਦੇ ਹਨ, ਪਾਣੀ ਦੀ ਤਰ੍ਹਾਂ, ਭਾਵ ਉਹਦੇ ਵੀ ਸੇਕ
ਤੇ ਉਹਦੀ ਵੀ ਤਪਸ਼ ਦਾ ਉਹ ਕੋਈ ਪ੍ਰਭਾਵ ਨਹੀਂ ਮੰਨਦੇ ਨੇ। ਪਰਮਾਤਮਾ ਦਾ ਨਾਮ ਜਪਣ ਵਾਲੇ, ਜਿਨ੍ਹਾਂ ਨੂੰ ਰੱਬ ਦੇ ਘਰ ਦਾ ਗਿਆਨ। ਮਾਇਆ ਦੀ ਅੱਗ ਸੰਸਾਰ ਨੂੰ ਸਾੜਦੀ ਪਈ ਹੈ, ਪਰ ਇਸੇ ਮਾਇਆ ਅਗਨ ਦੇ ਵਿੱਚ ਰਹਿੰਦਿਆਂ ਹੋਇਆਂ ਭਗਤ ਜਨ ਨਿਰਲੇਪ ਹੁੰਦੇ ਹਨ। ਕੋਈ ਮਾਇਆ ਦਾ ਅਸਰ ਪ੍ਰਭਾਵ ਉਹਨਾਂ ਤੇ ਨਹੀਂ ਪੈਂਦਾ। ਉਹਦਾ ਕਾਰਨ ਕੀ ਹੈ? ਕਬੀਰ ਜੀ ਕਹਿੰਦੇ, ਨਾਕੋਂ ਕਾਟੀ ਕਾਨੋਂ ਕਾਟੀ, ਕਾਟ ਕੂਟ ਕੈ ਡਾਰੀ, ਕਉ ਕਬੀਰ ਸੰਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ। ਉਹ ਕਹਿੰਦੇ ਜਿਹੜੀ ਮਾਇਆ ਅੱਗ ਸੰਸਾਰ ਨੂੰ ਸਾੜਨ ਵਾਲੀ ਹੈ ਨਾ, ਭਗਤ ਉਹਨੂੰ ਕਾਬੂ 'ਚ ਰੱਖਦੇ ਨੇ, ਜਿਸ ਕਰਕੇ ਮਾਇਆ ਉਹਨਾਂ 'ਤੇ ਕੋਈ ਅਸਰ ਨਹੀਂ ਪਾਉਂਦੀ ਹੈ। ਸਿਆਣੇ ਕਹਿੰਦੇ ਅੱਗ ਤੇ ਘਰ 'ਚ ਚਾਹੀਦੀ ਹੈ, ਕਿਉਂਕਿ ਅੱਗ ਹੋਏਗੀ ਤੇ ਘਰ ਦੀਆਂ ਜ਼ਰੂਰਤਾਂ ਪੂਰੀਆਂ ਹੋਣਗੀਆਂ, ਪਰ ਇੱਕ ਲਿਮਟ ਦੇ ਵਿੱਚ, ਇੱਕ ਸੰਜਮ ਦੇ ਵਿੱਚ ਹੋਵੇ। ਤੇ ਜੇ ਉਹ ਸੰਜਮ ਤੋਂ ਬਾਹਰ ਹੋ ਜਾਏ ਅੱਗ, ਤੇ ਫਿਰ ਇੱਕ ਅੱਧ ਦੀ ਗੱਲ ਨਹੀਂ ਆ, ਘਰਾਂ ਦੇ ਘਰ ਅੱਗ ਸਾੜ ਕੇ ਤਬਾਹ ਕਰ ਸਕਦੀ ਹੈ। ਇਸੇ ਤਰ੍ਹਾਂ ਮਾਇਆ ਅੱਗ ਦੀ ਗੱਲ ਹੈ। ਮਾਇਆ ਵੀ ਹਰ ਘਰ 'ਚ ਚਾਹੀਦੀ ਹੈ, ਕਿਉਂਕਿ ਸਾਡੇ ਜੀਵਨ ਦਾ ਗੁਜ਼ਾਰਾ ਧਨ ਪਦਾਰਥ ਮਾਇਆ ਦੇ ਨਾਲ ਹੈ। ਪਰ ਜੇ ਉਹ ਲਿਮਟ ਤੋਂ ਗੱਲ ਪਰੇ ਹੋ ਜਾਵੇ ਤੇ ਫਿਰ ਅੱਤ ਦੀ ਮਾਇਆ ਵੀ ਬਿਰਤੀ ਕਰਕੇ ਬੰਦਾ ਆਪ ਵੀ ਸੜਦਾ ਤੇ ਦੂਜਿਆਂ ਨੂੰ ਵੀ ਸਾੜਦਾ ਹੈ। ਸੋ ਜੇ ਉਹ ਬਿਰਤੀ ਤੋਂ ਸ਼ਾਂਤੀ ਪ੍ਰਾਪਤ ਕਰਨੀ ਹੈ, ਉਹਦੇ ਲਈ ਫਿਰ ਕੇਵਲ ਪਰਮਾਤਮਾ ਦਾ ਨਾਮ ਹੈ। ਕਬੀਰ ਸਾਰੀ ਸਿਰਜਣਹਾਰ ਕੀ, ਜਾਣੈ ਨਾਹੀ ਕੋਏ। ਕਬੀਰ ਸਾਹਿਬ ਜੀ ਕਹਿੰਦੇ ਇਹ ਜਿਹੜੀ ਮਾਇਆ ਅਗਨ ਹੈ, ਉਸੇ ਸਿਰਜਣਹਾਰ ਪਰਮਾਤਮਾ ਦੀ ਹੀ ਬਣਾਈ ਹੋਈ ਹੈ, ਜਿਹਨੇ ਹਰ ਚੀਜ਼ ਸੰਸਾਰ ਦੀ ਬਣਾਈ ਹੈ। ਅਕਾਲ ਮਾਇਆ ਦਾ ਰਚੇਤਾ ਕਰਤਾ ਵੀ ਪਰਮਾਤਮਾ ਹੀ ਹੈ। ਜੇ ਅੰਮ੍ਰਿਤ ਦਾ ਦਾਤਾ ਪਰਮਾਤਮਾ ਹੈ, ਤੇ ਗੁਰੂ ਕਹਿੰਦੇ ਬਿਖ ਨੂੰ ਰਚਣ ਵਾਲਾ ਵੀ ਉਹ ਵਾਹਿਗੁਰੂ ਹੈ। ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋਏ ਫਲ ਲਾਏ। ਦੋਵੇਂ ਸੰਸਾਰ ਰੂਪੀ ਬੂਟੇ ਨੂੰ ਪਰਮਾਤਮਾ ਨੇ ਫਲ ਲਾਏ ਨੇ। ਜ਼ਹਿਰ ਵੀ ਹੈ, ਅੰਮ੍ਰਿਤ ਵੀ ਹੈ, ਸੁੱਖ ਵੀ ਹੈ, ਦੁੱਖ ਵੀ ਹੈ, ਖੁਸ਼ੀ ਵੀ ਹੈ, ਗਮੀ ਵੀ ਹੈ, ਦਿਨ ਵੀ ਹੈ, ਰਾਤ ਵੀ ਹੈ। ਕੁਦਰਤ ਦਾ ਇੱਕ ਬੈਲੈਂਸ ਬਣਾਉਣ ਦੇ ਲਈ ਪਰਮਾਤਮਾ ਨੇ ਇੱਥੇ ਹਰ ਚੀਜ਼ ਦੀ ਰਚਨਾ ਰਚੀ ਹੈ। ਜੇ ਦੋਵੇਂ ਪੱਖ ਨਾ ਹੁੰਦੇ, ਕੇਵਲ ਜਨਮ ਹੀ ਹੁੰਦਾ ਤੇ ਮੌਤ ਨਾ ਹੁੰਦੀ, ਤੇ ਅੱਜ ਸੰਸਾਰ ਤੇ ਪੈਰ ਰੱਖਣ ਦੀ ਵੀ ਥਾਂ ਨਹੀਂ ਸੀ ਹੋਣੀ। ਬੰਦੇ ਵਧੀ ਜਾਣੇ ਸਨ, ਵਧੀ ਜਾਣਾ ਇੱਥੇ ਕਿਸੇ ਨੇ ਨਹੀਂ ਸੀ, ਤੇ ਫਿਰ ਇੱਥੇ ਪੈਰ ਰੱਖਣ ਦੀ ਜਗ੍ਹਾ ਵੀ ਨਾ ਬਚਦੀ। ਪਰ ਪਰਮਾਤਮਾ ਨੇ ਕੁਦਰਤ ਦਾ ਇੱਦਾਂ ਦਾ ਬੈਲੈਂਸ ਬਣਾਇਆ, ਜੇ ਜੀਵਾਂ ਦਾ ਜਨਮ ਹੋ ਰਿਹਾ ਹੈ, ਜੀਵ ਸੰਸਾਰ ਤੋਂ ਜਾ ਵੀ ਰਹੇ ਨੇ, ਕੁਦਰਤ ਦਾ ਹਰ ਚੀਜ਼ ਤੇ ਹਰ ਪੱਖ ਦਾ ਇੱਕ ਬੈਲੈਂਸ। ਹਾਂ, ਮਨੁੱਖ ਕਿਸੇ ਲਾਲਚੀ ਬਿਰਤੀ ਕਰਕੇ, ਕਿਸੇ ਮਾੜੀ ਬਿਰਤੀ ਕਰਕੇ ਉਸ ਬੈਲੈਂਸ ਨੂੰ ਵਿਗਾੜਨ ਦੀ ਕੋਸ਼ਿਸ਼ ਕਰੇ, ਗੱਲ ਵੱਖਰੀ ਹੈ। ਤੇ ਜਿੱਥੇ ਜਿੱਥੇ ਵੀ ਇਨਸਾਨ ਨੇ ਚਲਾਕੀ ਕਰਕੇ ਤੇ ਕੁਦਰਤ ਦੇ ਬੈਲੈਂਸ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ, ਉਹਦਾ ਨਾਲ ਦੀ ਨਾਲ ਉਹਨੂੰ ਹਰਜਾਨਾ ਵੀ ਭੁਗਤਣਾ ਪਿਆ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਾਇਆ ਵੀ ਪਰਮਾਤਮਾ ਨੇ ਬਣਾਈ ਹੈ, ਇਹ ਵੀ ਜੀਵਨ ਦੀ ਜ਼ਰੂਰਤ ਹੈ। ਗੁਰੂ ਮਹਾਰਾਜ ਨੇ ਕਿਹਾ ਸੀ ਮਾਇਆ ਗੁਜਰਾਨ, ਮਾਇਆ ਦੀ ਜ਼ਰੂਰਤ ਹੈ, ਗੁਜਰਾਨ ਹੈ ਮਾਇਆ। ਸਾਰੀ ਸਿਰਜਣਹਾਰ ਕੀ, ਜਾਣੈ ਨਾਹੀ ਕੋਏ, ਕਹਿ ਜਾਣੈ ਆਪਨ ਧਨੀ, ਕੈ ਦਾਸ ਦੀਵਾਨੀ ਹੋਏ। ਭਗਤ ਜੀ ਕਹਿੰਦੇ ਜਾਂ ਤੇ ਪਰਮਾਤਮਾ ਜਾਣਦਾ ਹੈ ਕਿ ਮਾਇਆ ਮੈਂ ਰਚੀ ਸਿਰਜੀ ਹੈ, ਜਾਂ ਫਿਰ ਪਰਮਾਤਮਾ ਦਾ ਜਿਹੜਾ ਸੇਵਕ ਹੈ, ਪਰਮਾਤਮਾ ਨੂੰ ਜਪ ਕੇ ਉਹ ਇਸ ਚੀਜ਼ ਨੂੰ ਸਮਝਦਾ ਹੈ ਕਿ ਇਹਦਾ ਵੀ ਰਚੇਤਾ ਅਕਾਲ ਪੁਰਖ ਹੈ, ਨਿਰੰਕਾਰ ਹੈ। ਕਬੀਰ ਭਲੀ ਭਈ ਜੋ ਭਉ ਪਰਿਆ, ਦਿਸਾ ਗਈ ਸਭ ਭੂਲ। ਕਬੀਰ ਸਾਹਿਬ ਕਹਿੰਦੇ ਬੜਾ ਚੰਗਾ ਹੋਇਆ, ਅੰਦਰ ਰੱਬ ਦਾ ਡਰ ਪੈਦਾ ਹੋਇਆ, ਕਿਉਂਕਿ ਰੱਬ ਦਾ ਡਰ ਨਹੀਂ ਸੀ। ਜਿੰਨੀ ਦੇਰ ਜੀਵਨ ਅੰਦਰ, ਓਨੀ ਦੇਰ ਤੱਕ ਅਸੀਂ ਤੇ ਜੀਵਨ ਜਿਉਣ ਦੀ ਦਿਸ਼ਾ ਹੀ ਭੁਲਾਈ ਪਈ ਸੀ। ਅਕਸਰ ਕੀ ਹੁੰਦਾ ਹੈ, ਰੱਬ ਮਨੁੱਖ ਪਾਪ ਕਦੋਂ ਕਰਦਾ ਹੈ? ਜਦੋਂ ਪਰਮਾਤਮਾ ਭੁੱਲ ਗਿਆ। ਫਿਰ ਬੰਦਾ ਬੇਪਰਵਾਹ ਹੋ ਕੇ ਤੇ ਪਾਪ ਕਰਦਾ, ਗੁਨਾਹ ਕਰਦਾ ਹੈ। ਫਿਰ ਅੱਗੇ ਚੱਲਦਿਆਂ ਕੋਈ ਨਾ ਕੋਈ ਦੁੱਖਾਂ ਦੀ ਐਸੀ ਠੋਕਰ ਇਹਨੂੰ ਲੱਗਦੀ ਹੈ ਕਿ ਫਿਰ ਹੋਸ਼ ਟਿਕਾਣੇ ਆਉਂਦੀ ਹੈ, ਤੇ ਫਿਰ ਇਹਨੂੰ ਪਤਾ ਲੱਗਦਾ ਹੈ ਮੈਂ ਕੀ ਕਰ ਰਿਹਾ ਸੀ। ਜਿਹਨੂੰ ਮਹਾਰਾਜ ਬਾਣੀ 'ਚ ਵੀ ਕਹਿੰਦੇ ਹਨ ਕਿ ਕੇਤਿਆਂ ਦੁੱਖ ਭੂਖ ਸਦ ਮਾਰ, ਏ ਪੇ ਦਾਤ ਤੇਰੀ ਦਾਤਾਰ। ਕਈਆਂ ਦੇ ਲਈ ਦੁੱਖ ਭੁੱਖ ਇੱਦਾਂ ਦੀ ਕੋਈ ਹੋਰ ਸੰਕਟ ਦੀ ਠੋਕਰ, ਉਹ ਵੀ ਦਾਤ ਹੋ ਨਿਬੜਦੀ ਹੈ, ਕਿਉਂਕਿ ਉਦੋਂ ਪਹਿਲਾਂ ਰੱਬ ਭੁੱਲਿਆ ਪਿਆ ਸੀ। ਮਨੁੱਖ ਬਣ ਕੇ ਨਹੀਂ ਸੀ ਜਿਉਂਦਾ ਪਿਆ, ਸ਼ੈਤਾਨ ਬਣ ਕੇ ਜਿਉਂਦਾ ਪਿਆ ਸੀ।
ਧੰਨ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖ ਕੇ ਭੇਜਿਆ। ਉਹ ਐਸਾ ਉਹਦੇ ਮਨ ਤੇ ਉਸ ਚੀਜ਼ ਨੇ ਚੋਟ ਕੀਤੀ, ਗੁਰੂ ਕੀ ਕਲਮ ਦਾ ਐਸਾ ਪ੍ਰਭਾਵ ਉਹਦੇ ਮਨ ਤੇ ਪਿਆ, ਉਹਨੂੰ ਜ਼ਿੰਦਗੀ ਭਰ ਦੇ ਗੁਨਾਹਾਂ ਤੇ ਪਾਪਾਂ ਦਾ ਅਹਿਸਾਸ ਹੋਇਆ, ਮੈਂ ਕੀ ਸਾਰੀ ਜ਼ਿੰਦਗੀ ਕਰਦਾ ਰਿਹਾ ਸੀ। ਕਬੀਰ ਸਾਹਿਬ ਕਹਿੰਦੇ ਬੜਾ ਚੰਗਾ ਹੋਇਆ, ਅੰਦਰ ਰੱਬ ਦਾ ਡਰ ਪੈਦਾ ਹੋਇਆ ਹੈ। ਜਿੰਨੀ ਦੇਰ ਰੱਬ ਦਾ ਭੈ ਨਹੀਂ ਸੀ, ਦਿਸ਼ਾ ਗਈ ਸਭ ਭੂਲ, ਸਾਨੂੰ ਤੇ ਜ਼ਿੰਦਗੀ ਜਿਉਣ ਦਾ ਤਰੀਕਾ ਹੀ ਭੁੱਲਿਆ ਪਿਆ ਸੀ। ਸੰਸਾਰ ਅੰਦਰ ਜਿਉਣਾ ਕਿੱਦਾਂ ਹੈ? ਅਸੀਂ ਤਾਂ ਕੇਵਲ ਆਪਣੇ ਹੰਕਾਰ ਦੇ ਵਿੱਚ ਹੀ ਜਿਉਂਦੇ ਪਏ ਸਾਂ ਕਿ ਬਸ ਮੈਂ ਹੀ ਮੈਂ ਹਾਂ। ਪਰ ਹੁਣ ਮਾਲਕ ਨੇ ਜਦੋਂ ਠੋਕਰ ਮਾਰੀ, ਅੰਦਰ ਮਾਲਕ ਦਾ ਭੈ ਪੈਦਾ ਹੋਇਆ। ਹੁਣ ਪਤਾ ਲੱਗਿਆ ਕਿ ਜਿਉਣਾ ਕਿੱਦਾਂ ਚਾਹੀਦਾ ਹੈ। ਓਰਾ ਗਰ ਪਾਣੀ ਭਇਆ, ਜਾਏ ਮਿਲਿਓ ਢਲ ਕੂਲ। ਉਹ ਕਹਿੰਦੇ ਜਿਵੇਂ ਅਸਮਾਨ ਤੋਂ ਇੱਕ ਤੇ ਹੈ ਪਾਣੀ ਬਰਸਦਾ, ਮੀਂਹ ਪੈਂਦਾ ਹੈ, ਔਲੇ ਵੀ ਪੈਂਦੇ ਹਨ, ਜਿਹਨੂੰ ਗੜੇ ਆਦਿਕ ਗੜੇ ਵੀ ਕਿਹਾ ਜਾਂਦਾ ਹੈ। ਕਬੀਰ ਸਾਹਿਬ ਕਹਿੰਦੇ ਹੁਣ ਉਹ ਹੈ ਤੇ ਉਹ ਵੀ ਪਾਣੀ ਹੈ, ਪਰ ਉਹ ਇੱਕ ਜੰਮੀ ਹੋਈ ਬਰਫ਼ ਦੇ ਰੂਪ ਦੇ ਵਿੱਚ ਥੱਲੇ ਡਿੱਗਦਾ ਹੈ। ਥੱਲੇ ਆ ਕੇ ਉਹਨੂੰ ਸੇਕ ਲੱਗਦਾ ਹੈ, ਫਿਰ ਉਹ ਪਿਘਲਦਾ ਹੈ ਤੇ ਫਿਰ ਉਹ ਜਿਹੜਾ ਪਾਣੀ ਦਾ ਸੋਮਾ ਹੈ, ਸਮੁੰਦਰ ਹੈ ਪਾਣੀ ਦਾ, ਉਹ ਵਹਾਅ ਉਸ ਪਾਸੇ ਨਿਵਾਣ ਵਾਲੇ ਪਾਸੇ ਨੂੰ ਚੱਲਦਾ ਹੈ। ਜਿੰਨੀ ਦੇਰ ਤੱਕ ਕਹਿੰਦੇ ਉਹਨੂੰ ਸੇਕ ਨਹੀਂ ਸੀ, ਉਨੀ ਦੇਰ ਤੱਕ ਤੇ ਉਹ ਜੰਮਿਆ ਪਿਆ ਸੀ। ਪਰ ਜਿਵੇਂ ਉਸ ਗੜੇ ਨੂੰ, ਔਲੇ ਨੂੰ ਜ਼ਮੀਨ ਤੇ ਡਿੱਗਣ ਤੇ ਸੇਕ ਲੱਗਿਆ, ਫਿਰ ਉਹ ਪਿਘਲ ਕੇ ਆਪਣੇ ਸੋਮੇ ਸਮੁੰਦਰ ਵਾਲੇ ਪਾਸੇ ਨੂੰ, ਭਾਵ ਨਿਵਾਣ ਵਾਲੇ ਪਾਸੇ ਨੂੰ ਉਹਨੇ ਵਹਿਣਾ ਆਰੰਭ ਕੀਤਾ। ਇਸੇ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਅੰਦਰ ਜਦੋਂ ਪਰਮਾਤਮਾ ਦੇ ਭੈ ਦਾ ਸੇਕ ਲੱਗਿਆ ਨਾ, ਠੋਕਰ ਲੱਗੀ, ਤਾਂ ਜਾ ਕੇ ਹੋਸ਼ ਟਿਕਾਣੇ ਆਈ ਤੇ ਜਿਹੜਾ ਜੀਵਨ ਭਟਕਿਆ ਪਿਆ ਸੀ, ਜਿਹੜੇ ਅਸੀਂ ਭੁੱਲੇ ਪਏ ਸਾਂ, ਗੁਨਾਹਾਂ 'ਚ ਅਵਗੁਣਾਂ 'ਚ ਗਰਸੇ ਪਏ ਸਾਂ, ਸਮਝ ਆਈ ਤੇ ਅਵਗੁਣਾਂ ਨੂੰ, ਗੁਨਾਹਾਂ ਨੂੰ, ਭੁੱਲਾਂ ਨੂੰ ਛੱਡ ਕੇ ਤੇ ਸੱਚ ਦੇ ਰਾਹ ਤੇ, ਧਰਮ ਦੇ ਰਾਹ ਤੇ, ਉੱਚੇ ਪਰਮੇਸ਼ਰ ਦੇ ਰਾਹ ਤੇ ਫਿਰ ਅਸੀਂ ਉਹ ਜਿਉਣਾ ਆਰੰਭ ਕੀਤਾ। ਸੋ ਭਗਤ ਕਬੀਰ ਸਾਹਿਬ ਜੀ ਇਸ ਸਲੋਕ ਰਾਹੀਂ ਇਹ ਸਮਝਾ ਰਹੇ ਨੇ ਕਿ ਅੰਦਰ ਪਰਮਾਤਮਾ ਦੀ ਭੈ ਭਾਵਨੀ, ਵਾਹਿਗੁਰੂ ਦਾ ਡਰ ਹਿਰਦੇ 'ਚ ਰੱਖ ਕੇ ਤੇ ਚੰਗੇ ਮਾਰਗ ਤੇ, ਸੱਚੇ ਮਾਰਗ ਤੇ, ਧਰਮ ਦੇ ਮਾਰਗ ਤੇ ਤੁਰਨਾ ਹੈ। ਪਰਮਾਤਮਾ ਨੂੰ ਭੁਲਾ ਕੇ ਕੁਰਾਹੇ ਨਹੀਂ ਪੈਣਾ, ਅਵਗੁਣਾਂ ਵਾਲੇ ਰਾਹੇ ਨਹੀਂ ਪੈਣਾ। ਸਤਿਗੁਰੂ ਮਿਹਰ ਕਰਨ ਇਹ ਪਾਵਨ ਪਵਿੱਤਰ ਉਪਦੇਸ਼, ਗੁਰਮਤਿ ਗਿਆਨ, ਭਗਤ ਕਬੀਰ ਸਾਹਿਬ ਜੀ ਦੇ ਬਚਨ ਸਾਡੇ ਹਿਰਦੇ 'ਚ ਵਸਣ। ਪਾਵਨ ਉਪਦੇਸ਼ਾਂ ਨੂੰ ਜੀਵਨ ਦਾ ਆਧਾਰ ਬਣਾ, ਜੀਵਨ ਸਫਲ ਬਣਾਈਏ। ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਫਤਿਹ ਪ੍ਰਵਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।